ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾਂ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਵੇਂ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਇਸ ਸਥਾਨ ਦੇ ਚੱਲ ਹੀ ਲੜੀਵਾਰ ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਦੀ ਕਥਾ ਵਿਚਾਰ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਗੱਡੀਆਂ ਦੇ ਲਿਖਿਆ ਹੁੰਦਾ ਹੈ ਪੱਤਾ ਪੱਤਾ ਸਿੰਘਾਂ ਦਾ ਵੈਰੀ। ਸਾਡੀ ਆਪਣੀ ਹੀ ਧਰਤੀ, ਸਾਡਾ ਆਪਣਾ ਹੀ ਦੇਸ਼, ਜਿੱਥੇ ਕਿ ਪੱਤਾ ਪੱਤਾ ਸਿੰਘਾਂ ਦਾ ਖਾਲਸੇ ਦਾ ਵੈਰੀ ਬਣਿਆ ਹੋਇਆ। ਇਹ ਜਿਉਂ ਜੰਮਿਆ ਤੇ ਉਹ ਸਟਰਗਲ ਦੇ ਵਿੱਚ ਹੀ ਰਿਹਾ ਹੈ, ਬੜੀਆਂ ਮੁਸ਼ਕਲਾਂ ਦੇ ਵਿੱਚ, ਬੜੀਆਂ ਘਾਲੀਆਂ ਗਾਲੀਆਂ ਨੇ, ਪਤਾ ਨਹੀਂ ਕਿੰਨਿਆਂ ਨੇ ਇਹਨੂੰ ਮਾਰਿਆ, ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਸਾਹਿਬ ਦੀ ਕਿਰਪਾ ਰਹੀ। ਮਨੋਂ ਸਾਡੀ ਦਾਤਰੀ ਅਸੀਂ ਮਨੋਂ ਦੇ ਸੋਏ, ਜਿਉਂ ਜਿਉਂ ਮਨੋਂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਰਹੰਦ ਦਾ ਸੂਬਾ ਜੈਨੀ ਸ਼ਾਹ, ਉਹਨੇ ਅਹਿਮਦ ਸ਼ਾਹ ਅਬਦਾਲੀ ਨੂੰ ਆਖਿਆ ਕਿ ਜਿਹੜੇ ਵਜ਼ੀਰ ਨੇ ਇਹਨਾਂ ਨੂੰ ਘੇਰ ਕੇ ਮਾਰਨ ਦੀ ਬਜਾਏ ਜਿਹੜੇ ਇਹਨਾਂ ਦੀ ਸੇਫਟੀ ਰੱਖਿਆ ਕਰਦੇ ਨੇ, ਉਹ ਸਿੰਘਾਂ ਨੂੰ ਖਾਲਸੇ ਨੂੰ ਘੇਰ ਕੇ ਮਾਰ, ਤਾਂ ਹੀ ਇਹਨਾਂ ਦਾ ਖਾਤਮਾ ਹੋ ਪਾਏਗਾ। ਸੋ ਇਹ ਸਿੰਘਾਂ ਤੇ ਤੁਰਕਾਂ ਦਾ ਆਪਸ ਦੇ ਵਿੱਚ ਕਾਫੀ ਵਿਵਾਦ ਵਧਿਆ ਹੋਇਆ ਹੈ, ਘਮਸਾਨ ਦਾ ਯੁੱਧ ਚੱਲ ਰਿਹਾ ਹੈ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਯੁੱਧ ਦੀ ਜੰਗ ਦੀ ਕਥਾ ਸਰਦਾਰ ਰਤਨ ਸਿੰਘ ਜੀ ਭੰਗੂ ਇਹਨਾਂ ਦੀ ਰਚਨਾ ਤੋਂ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੇ ਅੰਦਰ ਸਰਵਣ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਛਕ ਸਿੰਘਨ ਖੜ ਸ਼ਰਕ ਚਲਾਈ। ਕੁਸ਼ਕ ਸਿੰਘਾਂ ਨੇ ਖੜ ਕੇ ਅਬਦਾਲੀ ਦੀ ਫੌਜ ਉੱਤੇ ਬੰਦੂਕਾਂ ਦੀ ਸ਼ਲਖ ਕੀਤੀ ਹੈ। ਸ਼ਲਖ ਮੀਨਿੰਗ ਬ੍ਰੈਸਟ। ਜਿਵੇਂ ਸਟੇਨਗਨ ਚੋਂ ਇਕੱਠੀਆਂ 40-50 ਗੋਲੀਆਂ ਚੱਲਦੀਆਂ ਨੇ, ਇਉਂ ਪੁਰਾਣੀਆਂ ਬੰਦੂਕਾਂ ਇੱਕ ਦੋ ਗੋਲੀਆਂ ਵਾਲੀਆਂ ਹੁੰਦੀਆਂ ਸਨ, ਤੇ ਇਕੱਠੀਆਂ ਬੰਦੂਕਾਂ ਦੇ ਵਿੱਚੋਂ ਜਕਾਰਾ ਛੱਡ ਕੇ ਇਕੱਠੀਆਂ ਗੋਲੀਆਂ ਛੱਡਣ ਦਾ ਨਾਮ ਸ਼ਲਖ ਹੈ। ਅਹਿਮਦ ਸ਼ਾਹ ਨੇ ਸਿੰਘਾਂ ਦੀ ਜੰਗੀ ਫੌਜ ਦੇ ਉੱਪਰ ਧਾਵਾ ਕੀਤਾ ਹੈ, ਜਿਨ੍ਹਾਂ ਨੇ ਵਜ਼ੀਰ ਨੂੰ ਆਪਣੀ ਰਖਵਾਲੀ ਵਿੱਚ ਲਿਆ ਹੋਇਆ ਸੀਗਾ। ਤੇ ਜਦੋਂ ਉਹਨੇ ਧਾਵਾ ਕੀਤਾ, ਸਿੰਘਾਂ ਨੇ ਵੇਖਿਆ ਵੀ ਅਬਦਾਲੀ ਚੜ੍ਹਦੀ ਆ ਰਿਹਾ। ਕੁਝ ਕੁ ਸਿੰਘਾਂ ਨੇ ਖੜ ਕੇ ਪਛਾਣ ਨੂੰ ਮੂੰਹ ਕਰਕੇ ਅਬਦਾਲੀ ਦੀ ਫੌਜ ਤੇ ਬੰਦੂਕਾਂ ਦੀ ਸ਼ਲਖ, ਬੰਦੂਕਾਂ ਦੀ ਗੋਲੀਆਂ ਦਾ ਬ੍ਰੈਸਟ ਛੱਡਿਆ ਹੈ। ਗਈ ਗੀਰ ਜੋ ਆਵਤ ਧਾਈ। ਜਿਹੜਾ ਵੀ ਦੌੜਿਆ ਆ ਰਿਹਾ ਸੀ ਸੂਰਮਾ ਅਹਿਮਦ ਸ਼ਾਹ ਦਾ, ਭੱਜਿਆ ਤਾਂ ਸੀ ਸਿੰਘਾਂ ਦੇ ਉੱਤੇ, ਆਉਂਦੀਆਂ ਡੇਗ ਦਿੱਤੇ, ਧਰਤੀ ਦੇ ਉੱਤੇ ਸੱਤਰ ਲਾ ਦਿੱਤੇ ਹਿੰਦੁਰਾਨੀਆਂ ਦੇ। ਆਪ ਸਿੰਘ ਸ਼ਾਹੀ ਆਵਤ ਜਾਨਾ। ਤਦ ਸਿੰਘਾਂ ਨੇ ਜਾਣ ਲਿਆ ਕਿ ਅਹਿਮਦ ਸ਼ਾਹ ਅਬਦਾਲੀ ਖੁਦ ਆਪ ਆ ਗਿਆ ਹੈ। ਸਾਰਕ ਤੋਰੇ ਤਿਨ ਖੜਨ ਤੇ ਜਾਨਾ। ਸ਼ਲਖ ਕਰਕੇ ਗੋਲੀਆਂ ਦੀ ਸਿੰਘਾਂ ਨੇ ਖੜਨਾ ਛੱਡ ਕੇ ਸਰਕਣਾ ਕੀਤਾ, ਅੱਗੇ ਨੂੰ ਤੁਰੇ ਗਏ। ਸਿੰਘ ਉਹਨਾਂ ਨੇ ਸੋਚਿਆ ਕਿ ਖੜਨਾ ਚੰਗਾ ਨਹੀਂ ਹੈ। ਮੂੜ ਖੜ ਸਿੰਘ ਰਾਮ ਜੰਗੀ ਚਲਾਵੈ। ਪਹਿਲਾਂ ਸ਼ਲਖ ਛੱਡੀ, ਫਿਰ ਅੱਗੇ ਨੂੰ ਸਰਕ ਗਏ, ਮੁੜ ਕੇ ਫਿਰ ਖੜਕ ਕੇ ਰਾਮ ਜੰਗੀ ਬੰਦੂਕਾਂ ਚਲਾਉਂਦੇ ਹਨ। ਨੇੜ ਟੁਕੈ ਉਸ ਮਾਰ ਗਿਰਾਵੈ। ਤੁਰੇ ਵੀ ਜਾਂਦੇ ਨੇ
ਜਿਹੜਾ ਕੋਈ ਅਬਦਾਲੀ ਦਾ ਸਿਪਾਹੀ ਸਿੰਘਾਂ ਦੇ ਨੇੜੇ ਟੁੱਕਦਾ ਹੈ ਉਸ ਨੂੰ ਫਾਇਰ ਮਾਰ ਕੇ ਮਾਰ ਸੁੱਟਦੇ ਹਨ। ਰੱਬ ਮੁਕੈ ਨਿਜ ਸ਼ਾਹੀ ਬਹੁ ਫੌਜ। ਅਹਿਮਦ ਸ਼ਾਹ ਦੀ ਆਪਣੀ ਬਹੁਤੀ ਫੌਜ ਸੀਗੀ, ਉਹ ਬੜਾ ਕਦੋਂ ਮੁੱਕਦੀ ਹੈ ਸੀ ਸਿੰਘਾਂ ਤੋਂ। ਉਛਲ ਸਮੁੰਦ ਜਨ ਆਵਤ ਮੌਜ। ਜਾਣੋ ਸਮੁੰਦਰ ਆਪਣੀ ਮੌਜ ਵਿੱਚ ਉਛਲ ਕੇ ਆ ਰਿਹਾ ਹੈ। ਲੱਖ ਸਿੰਘ ਕੋ ਡੇਢ ਕੋ ਚੱਲੇ। ਸਿੰਘ ਦੌੜ ਕੇ ਡੇਢ ਕੋ ਅੱਗੇ ਨੂੰ ਚੱਲੇ ਹਨ। ਵੀਰ ਸਿੰਘ ਤਹ ਹੋ ਰਹੇ ਖੱਲੇ। ਉੱਥੇ ਜਾ ਕੇ ਫਿਰ ਖੜੇ ਹੋ ਗਏ ਸਨ ਸਿੰਘ। ਇਸ ਤਰ੍ਹਾਂ 12-13 ਕੋਹ ਦੇ ਵਿੱਚ ਲੜਾਈ ਹੋ ਰਹੀ ਹੈ। ਲੋਰਾ ਚੜ੍ਹਤ ਸਿੰਘ ਉਹੀ ਹੱਲੇ ਰਹਿਓ ਬਹੀਰੈ ਮਾਹੇ। ਸ਼ੁਕਰ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਉਸੇ ਹੱਲੇ ਵਿੱਚ ਵਹੀਰ ਦੇ ਨਾਲ ਰਹਿ ਗਿਆ ਹੈ। ਲੜਤ ਭਿੜਤ ਆਪ ਪਿਛੈ ਅਗੈ ਬਹੀਰੈ ਰਹਿ ਅਗਾਹੇ। ਵਹੀਰਾ ਕਰੇ ਅਗਾਹੇ, ਉਹ ਵਹੀਰ ਨੂੰ ਬਚਾਉਂਦਾ ਤੁਰਿਆ ਰਿਹਾ ਸੀਗਾ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਿਸਲ ਦਾ ਸੂਰਮਾ ਲੜਦਿਆਂ ਭਿੜਦਿਆਂ ਕਦੇ ਵਹੀਰ ਅਗਾਂਹ ਕਦੇ ਪਿਛਾਂਹ ਹੁੰਦਾ। ਵਹੀਰ ਨੂੰ ਅਗਾਂਹ ਨੂੰ ਕਰ ਤੁਰੀ ਆਉਂਦਾ ਹੈ। ਬਈ ਜੱਸਾ ਸਿੰਘ ਤੈ ਖੜਕੀਓ ਆਰੜਾ। ਸਰਦਾਰ ਜੱਸਾ ਸਿੰਘ ਬੁੱਢਾ ਦਾਦਾ ਜਥੇਦਾਰ, ਉਹਨੇ ਉੱਥੇ ਖੜ ਕੇ ਅੜੀ ਕੀਤੀ ਹੈ, ਸੋ ਜਿੱਦ ਕੀਤੀ ਹੈ। ਨਿਜ ਫੌਜ ਖੜਾਈ ਕਰ ਵੱਡ ਝਗੜਾ। ਆਪਣੀ ਅਕਾਲੀ ਫੌਜ ਖੜਾ ਲਈ ਵੱਡਾ ਝਗੜਾ ਕਰਕੇ ਸਿੰਘ ਕਹਿਣ ਲੱਗੇ ਚਲੋ ਜੀ ਚਲੋ ਅੱਗੇ ਨੂੰ ਤੁਰੋ। ਕਹਿੰਦਾ ਨਹੀਂ ਖੜੋ ਇੱਥੇ। ਆਪਣੀ ਜਿੰਨੀ ਫੌਜ ਸੀ ਬੁੱਢੇ ਦਲ ਦੀ ਜੰਗੀ ਸਭ ਸਿੰਘਾਂ ਨਾਲ ਝਗੜ ਕੇ ਖੜਾ ਲਿਆ ਉਹਨਾਂ ਨੂੰ ਕਿ ਨਹੀਂ ਅੱਗੇ ਤੁਰਨ ਦੇਣਾ, ਇਹਨਾਂ ਦੁਸ਼ਟਾਂ ਨੂੰ ਮਾਰੇ ਤੋਂ ਬਿਨਾਂ ਅੱਗੇ ਨਹੀਂ ਜਾਣਾ ਹੈ। ਫੌਜ ਕਹੈ ਹਮ ਖੜੇ ਬਚੈ ਨਾਹੀ। ਸਿੰਘਾਂ ਦੀ ਫੌਜ ਕਹਿਣ ਲੱਗੀ ਜਥੇਦਾਰ ਜੀ ਗੱਲ ਇਸ ਤਰ੍ਹਾਂ ਹੈ ਵੀ ਇੱਥੇ ਖੜ ਕੇ ਜੇ ਅਸੀਂ ਜੰਗ ਸ਼ੁਰੂ ਕਰ ਦਿੱਤਾ ਸਾਡੀ ਗਿਣਤੀ ਹੈ ਥੋੜੀ। ਸਰਦਾਰ ਜੱਸਾ ਸਿੰਘ ਦੇ ਸਰੀਰ ਨੂੰ ਬੜੇ ਜ਼ਖਮ ਲੱਗੇ ਸਨ। ਤੀਰ ਗੋਲੀ ਔਰ ਤੇਗ ਘਾਏ ਆਏ। ਤੀਰਾਂ ਗੋਲੀਆਂ ਅਤੇ ਤਲਵਾਰਾਂ ਬੜੇ ਜ਼ਖਮ ਲੱਗੇ ਸਨ ਸਰੀਰ ਦੇ ਉੱਪਰ। ਆਪ ਮਾਰੈ ਆਪ ਉਨਕੇ ਝੇਲੈ। ਆਪ ਦੁਸ਼ਮਣ ਦੇ ਮਾਰਦਾ ਹੈ ਅਤੇ ਉਹਨਾਂ ਦੇ ਸ਼ਸਤਰ ਚੱਲਦਾ ਆਪਣੇ ਸਰੀਰ ਦੇ ਉੱਪਰ। ਜੱਸਾ ਸਿੰਘ ਥੱਕ ਰਹਿਓ ਘੋੜੋ। ਸਰਦਾਰ ਜੱਸਾ ਸਿੰਘ ਦਾ ਘੋੜਾ ਲੜਾਈ ਵਿੱਚ ਥੱਕ ਗਿਆ। ਘੋੜਿਆਂ ਨੂੰ ਸ਼ਸਤਰ ਵੱਜਦੇ ਸਨ, ਗੋਲੀਆਂ ਤੀਰ ਲੜਦੇ ਸਨ, ਜ਼ਖਮਾਂ ਚੋਂ ਲਹੂ ਚੋਂਦਾ ਜਾਂਦਾ ਹੈ ਘੋੜਿਆਂ ਦਾ। ਸ਼ਾਵੇ ਮੱਥੇ ਰੱਖ ਘੋੜੇ ਮੇਲਾ। ਪਰ ਮਜਾਲ ਹੈ ਵੀ ਕਿਤੇ ਘੋੜੇ ਵੀ ਮੂੰਹ ਘੁਮਾ ਲੈਣ। ਬਿਲਕੁਲ ਨਹੀਂ, ਸਾਹਮਣੇ ਮੱਥੇ ਰੱਖ ਕੇ ਘੋੜੀ ਮੇਲਦਾ। ਘੋੜੇ ਵੀ ਗਾਂ ਪੌੜ ਨੂੰ ਚੁੱਕ ਚੁੱਕ ਕੇ ਚੱਲਦੇ ਨੇ। ਸਾਹਮਣੇ ਹੱਲੇ ਤੇ ਹੱਲਾ ਬੋਲਦਾ ਉਹਨਾਂ ਦੇ ਉੱਪਰ। ਵਰਤ ਜੰਗ ਥੋ ਸੋਭਾ ਦੌੜੋ। ਬੜੀ ਦੌੜਦਾ ਜੰਗ ਕਰਦਾ ਸੀ ਸਰਦਾਰ ਜੱਸਾ ਸਿੰਘ। ਭੱਜ ਕੇ ਦੁਸ਼ਮਣ ਦੀ ਜਾ ਪੈਣਾ ਜਥਾ ਲੈ ਕੇ। ਫਿਰ ਉਹਨਾਂ ਨੂੰ ਕੱਟ ਵੱਢ ਕੇ ਦੁਸ਼ਮਣ ਦਾ ਜ਼ੋਰ ਪੈਂਦਾ ਵੇਖ ਕੇ ਘੇਰੇ ਵਿੱਚੋਂ ਪਿੱਛੋਂ ਨੂੰ ਭੱਜ ਕੇ ਆਉਣਾ। ਜਬਾ ਸਿੰਘ ਉਸ ਅੱਡੀ ਲਗਾਵੇ। ਜਦੋਂ ਘੋੜੇ ਨੂੰ ਜੱਸਾ ਸਿੰਘ ਸਰਦਾਰ ਅੱਡੀ ਲਾਉਂਦਾ ਹੈ ਅੱਗੇ ਤੋਰਨ ਵਾਸਤੇ। ਮਹਿਮਾਨ ਕੱਛ ਅੱਗੇ ਨਾ ਧਾਵੇ। ਘੋੜਾ ਅੱਗੇ ਨੂੰ ਭੱਜਣ ਵਾਸਤੇ ਦੌੜਦਾ ਨਹੀਂ ਹੈ, ਥੱਕਿਆ ਹੋਇਆ ਹੈ।
ਘੋੜਾ ਅੱਗੇ ਨੂੰ ਦੌੜਨ ਵਾਸਤੇ ਮੰਨਦਾ ਨਹੀਂ ਹੈ। ਦੂਰਾ ਜਸਾ ਸਿੰਘ ਕੋ ਬਾਲਕੋ ਗੁਰਮੁਖ ਸਿੰਘ ਜੀ ਨਾਮ। ਜਥੇਦਾਰ ਜੱਸਾ ਸਿੰਘ ਦਾ ਗੜਵਈ ਬੋਲ ਲਿਆ ਹੋਇਆ ਬਾਲਕ ਪਾਲਿਆ ਹੋਇਆ ਜਿਸ ਦਾ ਨਾਮ ਹੈ ਗੁਰਮੁਖ ਸਿੰਘ। ਤਿੰਨ ਸਿੰਘ ਜੀ ਕੋ ਆਖਿਓ ਆਵਈਆਂ ਖੜਨ ਨਹਿ ਕਾਮ। ਉਸ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਆਖਿਆ ਕਿ ਜਥੇਦਾਰ ਸਾਹਿਬ ਜੀ ਹੁਣ ਇੱਥੇ ਖੜਨ ਦਾ ਕੰਮ ਨਹੀਂ ਹੈ, ਘੋੜੇ ਨੂੰ ਤੋਰੋ ਅਗਾਹਾਂ ਨਿਕਲੀਏ। ਜਾਓ ਭਾਈ यहाँ ਖੜੇ ਹਮ ਬਚਤੇ ਨਾਹੀ। ਦੇਖੋ ਕਿੱਡਾ ਹੱਲਾ ਹੋ ਰਿਹਾ ਹੈ ਤੁਰਕਾਂ ਦਾ, ਇੱਥੇ ਖੜ ਕੇ ਨਹੀਂ ਅਸੀਂ ਬਚ ਸਕਦੇ। ਹਮਾਰੀ ਜਾਨ ਗਵਾਹੀ ਕਿਉਂ ਤੁਸੀਂ ਸਾਡੀ ਜਾਨ ਗਵਾਓਗੇ? ਆਓ ਸਿੰਘ ਜੀ ਫਿਰ ਹਿਮ ਫੁਰਮਾਵੈ। ਸਰਦਾਰ ਜੱਸਾ ਸਿੰਘ ਜੀ ਨੇ ਇੰਜ ਆਖਿਆ ਹੈ, ਅਮਰੋ ਘੋੜੋ ਕਹਿ ਨ ਧਾਵੈ। ਮੈਂ ਬਥੇਰੀਆਂ ਅੱਡੀਆਂ ਲਾਉਂਦਾ, ਘੋੜਾ ਤੁਰਦਾ ਹੀ ਨਹੀਂ ਹੈ, ਘੋੜਾ ਥੱਕ ਗਿਆ ਹੈ ਬਿਲਕੁਲ। ਆਪ ਗੁਰਮੁਖ ਸਿੰਘ ਚਾਬਕ ਉਠਾਇਆ। ਆਪ ਗੁਰਮੁਖ ਸਿੰਘ ਨੇ ਉਹ ਸ਼ੰਕਾ ਜਿਹੜਾ ਹੁੰਦਾ ਮਾਰਨ ਵਾਲਾ ਚਾਬਕ ਉਠਾਇਆ। ਚਾਮਤ ਘੋੜਾ ਤਨ ਕੋ ਲਾਇਆ। ਉਹ ਘੋੜੇ ਦੇ ਸਰੀਰ ਦੇ ਉੱਪਰ ਚਾਬਕ ਮਾਰਨਾ ਚਾਹੁੰਦਾ ਹੈ। ਆਪ ਸਿੰਘ ਜੀ ਨਿਜ ਦੇ ਘਟਾਇਓ। ਤਦੋਂ ਸਿੰਘ ਸਾਹਿਬ ਸਰਦਾਰ ਜੱਸਾ ਸਿੰਘ ਨੇ ਉਹਦੀ ਇਹ ਮਾਰਨ ਵਾਲੀ ਹਰਕਤ ਵੇਖ ਕੇ ਆਪ ਹਟਾਇਆ ਘੋੜ ਕੇ। ਖਬਰਦਾਰ, ਜਿਹੜੇ ਘੋੜੇ ਨੇ ਇਹ ਬੱਚਿਆਂ ਦੀ ਤਰ੍ਹਾਂ ਹੁੰਦੇ ਨੇ, ਇਹਨਾਂ ਨੂੰ ਸੰਭਾਲਣਾ ਪੈਂਦਾ ਹੈ ਬੱਚਿਆਂ ਦੀ ਤਰ੍ਹਾਂ ਪਿਆਰ ਦੇ ਨਾਲ, ਤੇ ਇਹਨੂੰ ਕਦੇ ਚਾਬਕ ਨਾ ਮਾਰਦੇ ਨਹੀਂ। ਚਾਹੇ ਹਮਕੋ ਤੁਮ ਚਟਕ ਲਗਾਇਓ। ਉਹ ਸਿੰਘਾਂ ਤੋਂ ਮੈਨੂੰ ਚਟਕ ਲਵਾਉਣੀ ਚਾਹੁੰਦਾ ਹੈ। ਪੰਥ ਸੁਣੈ ਹਮਕੋ ਕਰੈ ਠੱਠਾ। ਜਦ ਪੰਥ ਸੁਣੇਗਾ ਤਾਂ ਮੈਨੂੰ ਮਖੌਲ ਕਰੇਗਾ ਉਦੋਂ। ਘੋੜਾ ਕੁਟਾਏ ਜੱਸਾ ਸਿੰਘ ਨੱਠਾ। ਇਹ ਘੋੜਾ ਤਾਂ ਖੜ ਕੇ ਜੰਗ ਕਰਨ ਨੂੰ ਤਿਆਰ ਸੀਗਾ, ਘੋੜੇ ਨੂੰ ਕੁੱਟ ਕੇ ਚਾਬਕ ਮਾਰ ਕੇ ਸਰਦਾਰ ਜੱਸਾ ਸਿੰਘ ਨੱਠ ਆਇਆ ਘੱਲੂਘਾਰੇ ਵਿੱਚੋਂ, ਘੋੜੇ ਨੂੰ ਕਟਾ ਕੇ ਭਜਾਇਆ। ਮੈਨੂੰ ਤੂੰ ਲੋਕਾਂ ਨੂੰ ਮਖੌਲ ਕਰਾਉਣਾ ਹੈ, ਇਸ ਵਾਸਤੇ ਕਿਆ ਮੁਖ ਲੈ ਮੈਂ ਬਹੁ ਦੀਵਾਨ। ਮੈਂ ਕੀ ਮੁਖ ਲੈ ਕੇ ਦੀਵਾਨ ਵਿੱਚ ਬੈਠਾਂਗਾ, ਕੀ ਆਖਣਗੇ ਸਿੰਘ ਮੈਨੂੰ? ਕਰੈ ਮਸਕਰੀ ਹਮਕੋ ਆਨ। ਮੈਨੂੰ ਸਾਰੇ ਸਿੰਘ ਆ ਕੇ ਮਸਕਰੀਆਂ ਕਰਿਆ ਕਰਨਗੇ। ਮੈਂ ਖਾਲਸਾ ਪਤਸ਼ਾਹੂ ਕਹਾਇਓ। ਮੈਨੂੰ ਖਾਲਸੇ ਨੇ ਪਾਤਸ਼ਾਹ ਕਹਾਇਆ ਹੈ, ਸਾਰਾ ਪੰਥ ਮੈਨੂੰ ਪਾਤਸ਼ਾਹ ਕਹਿ ਕੇ ਸਤਿਕਾਰ ਦਿੰਦਾ ਹੈ। ਤੁਮ ਚਾਹਤ ਹਮ ਗੀਤੀ ਬਨਾਇਓ। ਮੇਰੀ ਗਿਣਤੀ ਸੂਰਮਿਆਂ ਵਿੱਚ ਹੈ, ਸਾਰੇ ਸਿੰਘ ਮੇਰੀ ਆਣ ਮੰਨਦੇ ਨੇ, ਤੇ ਤੂੰ ਮੈਨੂੰ ਗਿੱਦੜ ਬਣਾਉਣਾ ਚਾਹੁੰਦਾ ਹੋਏ ਕਿ ਜੱਸਾ ਸਿੰਘ ਘੋੜੇ ਨੂੰ ਪਟਾ ਕੇ ਭੱਜਿਆ ਸੀ, ਇਹ ਤਾਂ ਕਾਇਰ ਹੈ, ਡਰਾਕੁਰ ਹੈ, ਇਹ ਆਖਣਗੇ ਸਿੰਘ ਮੈਨੂੰ। ਇਸ ਜੀਵਨ ਤੇ ਮਰਨ ਵੇਸ਼। ਐਸੇ ਜੀਵਨ ਤੋਂ ਤਾਂ ਮਰਨਾ ਹੀ ਚੰਗਾ ਹੈ। ਹੈ ਜਸ ਜਿਸ ਜਗ ਮੈਂ ਲੇਸ਼। ਸੰਸਾਰ ਵਿੱਚ ਅੰਸ਼ ਮਾਤਰ ਜਸ ਰਹਿ ਜਾਏ, ਜਿਸ ਮਰਨੇ ਕਰਕੇ ਉਹ ਚੰਗਾ ਹੈ। ਗੁਰਮੁਖ ਸਿੰਘ ਨਿਜ ਛੱਡ ਤੁਰਾ। ਗੁਰਮੁਖ ਸਿੰਘ ਨੇ ਆਖਿਆ ਫਿਰ ਸਤਿ ਸ੍ਰੀ ਅਕਾਲ, ਆਪਾਂ ਤਾਂ ਚੱਲੇ, ਉਹ ਨਹੀਂ ਜਾਣਾ ਨਾਲ ਸਹੀ। ਉਹ ਆਪ ਦਾ ਘੋੜਾ ਛੱਡ ਕੇ ਗੁਰਮੁਖ ਸਿੰਘ ਆਪਣੇ ਘੋੜੇ ਤੋਂ ਉਤਰ ਗਿਆ ਹੈ। ਸਿੰਘ ਜੀ ਲਿਓ ਚੜਾਏ। ਉਹਨੇ ਆਪਣੇ ਘੋੜੇ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਨੂੰ ਸਵਾਰ ਕਰ ਲਿਆ ਹੈ। ਲੜਤ ਭਿੜਤ ਖੜ ਤੋਂ ਤੁਰਤ। ਸਿੰਘ ਲੜਦੇ ਭਿੜਦੇ ਖੜੇ ਹੁੰਦੇ ਤੁਰਦੇ ਹੋਏ। ਜੋਖੋਂ ਸਿਰ ਨਿਜ ਖਾਏ। ਜੋਖੋਂ ਜ਼ਖਮ ਲੜਾਈ ਆਪਣੇ ਸਿਰ ਉੱਪਰ ਚੱਲਦੇ ਹੋਏ ਜਾ ਰਹੇ ਸਨ, ਕਿਉਂਕਿ ਪਠਾਨ ਹੱਲੇ ਤੇ ਹੱਲਾ ਕਰਦੇ ਤੁਰੇ ਆਉਂਦੇ ਸਨ। ਸਿੰਘ ਆਪਣੇ ਸਿਰ ਤੇ ਚੱਲਦੇ ਸਨ ਸਾਰੇ ਵਾਰ। ਭਾਈ ਜੱਸਾ ਸਿੰਘ ਖਾਏ ਬਾਈ ਕਾਏ। ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਬੁੱਢਾ ਦਲ ਨੂੰ 22 ਜ਼ਖਮ ਲੱਗੇ, ਉਹ ਤੁਸੀਂ ਹਿਸਾਬ ਲਾ ਲਓ।
ਇੱਕ ਕੰਡਾ ਕਿਸੇ ਨੂੰ ਲੱਗ ਜਾਏ ਉੱਥੇ ਹੀ ਖੜ ਜਾਂਦਾ ਹੈ। ਜਿੰਨਾ ਚਿਰ ਇੰਨਾ ਦਿਲ ਘਟਦਾ ਵੀ ਡਾਕਟਰ ਗਲੂਕੋਨ ਡੀ ਘੋਲ ਕੇ ਨਾ ਪਿਆਈ ਪਾਣੀ 'ਚ, ਉਹਨਾਂ ਚਿਰ ਆਪਾਂ ਉੱਠ ਕੇ ਤੁਰ ਨਹੀਂ ਸਕਦੇ। ਕਹਿੰਦਾ ਵੀ ਕੰਡਾ ਕੱਢੋ ਮੇਰੇ ਪੈਰ ਤੋਂ, ਫਿਰ ਮੈਂ ਤੁਰਾਂਗਾ। ਜਿੱਥੇ ਐਡੇ ਨੀਜੇ ਵੜ ਗਏ ਸਰੀਰ ਦੇ ਵਿੱਚ, ਗੋਲੀਆਂ ਸਰੀਰ ਦੇ ਵਿੱਚ ਲੱਗੀਆਂ ਹੋਈਆਂ ਸਨ ਅਤੇ ਵੱਡੇ ਖੰਡਿਆਂ ਤੇਗਾਂ ਦੇ ਫੱਟ ਲੱਗੇ ਹੋਏ ਸਰੀਰ ਵਿੱਚ, ਤੇ ਹੱਥ ਅੰਦਰ ਗਏ, ਫਿਰ ਲੜਾਈ ਕਰੀ ਜਾਂਦੇ ਨੇ। ਵੇਖੋ ਕਿੰਨੇ ਬਹਾਦਰ ਸੂਰਮੇ ਹੋਣਗੇ। ਦੇਵੀ ਸਿੰਘ ਜੀ ਲੜ ਤੋਂ ਜਾਏ। ਸਰਦਾਰ ਜੱਸਾ ਸਿੰਘ ਆਗੂ ਵਾਲੀਆ, ਇਹਨਾਂ ਦੇ ਸਰੀਰ ਉੱਪਰ ਗਿਣਤੀ ਦੇ 22 ਜ਼ਖਮ ਲੱਗੇ ਨੇ, ਪਰ ਫਿਰ ਵੀ ਸਿੰਘ ਜੀ ਜਥੇਦਾਰ ਸਾਹਿਬ ਲੜਦੇ ਹੋਏ ਭਿੜਦੇ ਹੋਏ ਤੁਰੇ ਜਾ ਰਹੇ ਨੇ। ਕੋਈ ਪਰਵਾਹ ਨਹੀਂ ਜ਼ਖਮਾਂ ਦੀ, ਦੁਸ਼ਮਣਾਂ ਦਾ ਸਾਹਮਣਾ ਕਰਦੇ ਨੇ। ਜੱਸਾ ਸਿੰਘ ਜਬ ਜ਼ਖਮੀ ਸੁਣਿਓ। ਜਦੋਂ ਪੰਥ ਨੇ ਸਰਦਾਰ ਜੱਸਾ ਸਿੰਘ ਨੂੰ ਜ਼ਖਮੀ ਹੋਇਆ ਸੁਣਿਆ ਹੈ, ਸਭ ਸਿਰਦਾਰਾਂ ਸੁਣ ਸਿਰ ਧੁਨਿਓ। ਸਿੱਖ ਪੰਥ ਦੇ ਸਭ ਸਰਦਾਰਾਂ ਨੇ, ਸੂਰਬੀਰ ਯੋਧਿਆਂ ਨੇ ਅਫਸੋਸ ਵਜੋਂ ਆਪਣਾ ਸਿਰ ਹਿਲਾਇਆ। ਉਹ ਆਹ ਗੱਲ ਤਾਂ ਮਾੜੀ ਹੋ ਗਈ ਕਿ ਸਾਡਾ ਸਭ ਤੋਂ ਵੱਡਾ ਜਥੇਦਾਰ, ਜਿਹੜਾ ਵੱਡਾ ਸਰਦਾਰ ਹੈ, ਜੇ ਇਹੀ ਫੱਟੜ ਹੋ ਗਿਆ ਤਾਂ ਫਿਰ ਸਾਡੇ ਜੀਵਨ ਦਾ ਕੀ ਫਾਇਦਾ ਹੋਇਆ, ਕੀ ਮਤਲਬ ਹੋ ਗਿਆ। ਆਪਦੇ ਸਰਦਾਰ ਨੂੰ, ਜਥੇਦਾਰ ਨੂੰ, ਜਿਹੜਾ ਕਮਾਂਡਰ ਹੋਵੇ, ਉਹਨੂੰ ਤਾਂ ਫੌਜ ਸਿਕਿਉਰਿਟੀ ਵਿੱਚ ਰੱਖਦੀ ਹੈ, ਬਚਾਉਂਦੀ ਹੈ। ਉਹ ਅੱਗੇ ਹੋ ਕੇ ਲੜ ਰਿਹਾ ਤੇ ਅਸੀਂ ਅੱਗੇ ਨੂੰ ਭੱਜੇ ਜਾ ਰਹੇ ਹਾਂ। ਵਿੱਚ ਥੰਨੇ ਸਭ ਆਣ ਖਲੋਏ। ਇਹ ਸੁਣ ਕੇ ਸਭ ਸਿੰਘਾਂ ਨੂੰ ਗੁੱਸਾ ਚੜ ਗਿਆ। ਸਭ ਸੂਰਵੀਰ ਯੋਧੇ, ਉਹ ਫੌਜ ਜਿੱਥੇ ਜੱਸਾ ਸਿੰਘ ਖੜ ਕੇ ਲੜ ਰਿਹਾ ਸੀ, ਕਿਉਂਕਿ ਸ਼ਾਮ ਸਿੰਘ ਤਾਂ ਮਹੀਰ ਦੀ ਰਾਖੀ ਚਲਾ ਗਿਆ, ਸਾਰੇ ਸਰਦਾਰ ਮਿਸਰਾਂ ਦੇ ਸਭ ਆਪੋ ਆਪਣੀ ਫੌਜ ਲੈ ਕੇ ਤੇ ਥੰਨੇ ਦੇ ਵਿੱਚ ਸੱਜੇ ਖੱਬੇ ਆ ਖੜੇ ਹੋਏ ਸਨ। ਭੰਗੀ ਕਨਈਏ ਰਾਮ ਗੜੀਏ ਜੋਏ। ਜਿਹੜੇ ਭੰਗੀ ਮਿਸਲ ਵਾਲੇ, ਕਨਈਏ ਮਿਸਲ ਵਾਲੇ ਅਤੇ ਰਾਮਗੜੀਏ ਮਿਸਲਾਂ ਦੇ ਸਰਦਾਰ ਸਨ। ਨਕਾਈ ਨਿਸ਼ਾਨ ਜੀ ਡੱਲੇ ਵਾਲਾ। ਨਕਾਈ ਮਿਸਲ, ਨਿਸ਼ਾਨਾ ਵਾਲੀ ਮਿਸਲ ਤੇ ਡੱਲੇ ਵਾਲੀਆ ਮਿਸਲ ਦੇ ਸਰਦਾਰ ਸੂਰਬੀਰ ਇਕੱਠੇ ਹੋ ਕੇ ਕਪੂਰ ਸਿੰਘੀ ਔਰ ਆਲੂ ਜੋ ਵਾਲਾ। ਕਪੂਰ ਸਿੰਘੀ ਮਿਸਲ ਵਾਲੇ, ਜੋ ਕਪੂਰ ਸਿੰਘ ਨਵਾਬ ਦੀ ਮਿਸਲ ਦੇ ਸਿੰਘ, ਤੇ ਜਿਹੜੇ ਆਲੂ ਵਾਲੀਏ ਸਰਦਾਰ ਸਨ। ਸ਼ੁਕਰ ਚੱਕੀਏ ਸ਼ਾਮ ਸਿੰਘੀਏ ਸਾਰੇ। ਸ਼ੁਕਰ ਚੱਕੀਏ ਮਿਸਲ ਦੇ ਸਰਦਾਰ ਸ਼ਾਮ ਸਿੰਘ ਜੀ ਨਾਰਲੀ ਵਾਲੇ ਦੇ ਜਥੇ ਦੇ ਸਾਰੇ ਸਿੰਘ ਸੂਰਮੇ। ਸ਼ਹੀਦ ਨਾ ਨਿਹੰਗ ਆ ਗੁਰੂ ਪਿਆਰੇ। ਜਿਹੜਾ ਸ਼ੁਕਰ ਚੱਕੀਆ ਮਿਸਲ ਦਾ ਸਰਦਾਰ ਸ਼ਾਮ ਸਿੰਘ, ਇਹ ਮਹਾਰਾਜਾ ਰਣਜੀਤ ਸਿੰਘ ਵਾਲੀ ਮਿਸਲ ਹੈ। ਜਿਹੜੀ ਮਿਸਲ ਸ਼ਹੀਦਾਂ ਵਾਲੀ, ਇਹ ਬਾਬਾ ਦੀਪ ਸਿੰਘ ਵਾਲੀ ਮਿਸਲ ਹੈ। ਨਿਹੰਗ ਸਿੰਘ ਅਤੇ ਹੋਰ ਗੁਰੂ ਪਿਆਰੇ ਸਿੰਘ ਸੂਰਮੇ, ਬਾਬਾ ਦੀਪ ਸਿੰਘ ਜੀ ਸ਼ਹੀਦ ਤਰਨਾ ਦਲ ਮਿਸਲ ਸ਼ਹੀਦਾਂ ਦੇ ਪਹਿਲੇ ਜਥੇਦਾਰ ਸਨ। ਅੰਮ੍ਰਿਤ ਸਰੀਏ ਔਰ ਪੁਰੀਓ ਆਨੰਦ। ਧਰਮ ਸਿੰਘ ਅੰਮ੍ਰਿਤਸਰੀਆਂ ਦਾ ਜਥਾ ਅਤੇ ਆਨੰਦਪੁਰ ਸਾਹਿਬ ਵਾਲੇ ਸਿੱਧਗੀ ਸਿੰਘਾਂ ਦਾ ਜਥਾ। ਰਾਮਦਾਸੀਏ ਰੰਗ ਰੇਟੇ ਆ ਮਸੰਦ। ਰਾਮਦਾਸੀਏ ਸਿੰਘ ਰੰਗ ਰੇਟੇ ਮਜਬੀ ਸਿੰਘ। ਰਾਮਦਾਸੀਏ ਭਗਤ ਰਵਿਦਾਸ ਜੀ ਦੀ ਕੁਲ ਵਾਲੇ, ਰੰਗ ਰੇਟੇ ਮਜਬੀ ਸਿੰਘ, ਧਰਮੀ ਸਿੰਘ ਯੋਧੇ ਸੂਰਮੇ ਅਤੇ ਮਸੰਦ ਉਸ ਮੌਕੇ ਜੋ ਗੁਰੂ ਸਾਹਿਬ ਜੀ ਦੀਆਂ ਅੰਸਾਂ ਵੇਲੇ ਤੋਂ ਚੱਲੇ ਆਉਂਦੇ ਸੀਗੇ, ਗੁਰੂ ਘਰ ਦੀ ਉਗਰਾਹੀ ਲਿਆਉਂਦੇ ਸਨ। ਉਹ ਸਾਰੇ ਜੋ ਬਚੇ ਸੀ, ਉਹ ਸਾਰੇ ਵਹੀਰ ਵਿੱਚ ਰਲੇ ਹੋਏ ਸਨ। ਬੇਦੀ ਸੋਢੀ ਦੇਹਨ ਆ ਭੱਲੇ। ਬੇਦੀਆਂ, ਸੋਢੀਆਂ, ਤਰੇੜਾਂ ਅਤੇ ਭੱਲਿਆਂ ਜੋ ਗੁਰੂ ਜੀ ਦੀਆਂ ਬੰਸਾਂ ਵਿੱਚੋਂ ਸ਼ਸਤਰਧਾਰੀ ਸਿੰਘ ਸਨ। ਰਹਿਤ ਹੋਤੇ ਜੋ ਖਾਲਸੇ ਰਲੇ।
ਉਹ ਖਾਲਸੇ ਵਿੱਚ ਰਲ ਕੇ ਆਪਣਾ ਨਿਰਵਾਹ ਕਰ ਰਹੇ ਸਨ। ਅਹਿਮਦ ਸ਼ਾਹ ਅਬਦਾਲੀ ਚੁਣ ਚੁਣ ਕੇ ਮਾਰਿਆ ਸੀ, ਲੱਭ ਲੱਭ ਕੇ ਖਾਲਸੇ ਨੂੰ ਖਾਨਦਾਨਾਂ ਦਾ ਨਵੇੜਾ ਕਰ ਰਿਹਾ ਸੀ। ਉਹਨਾਂ ਸਭ ਨੇ ਖਾਲਸੇ ਵਿੱਚ ਰਲ ਕੇ ਆਪਣੀ ਜਿੰਦ ਜਾਨ ਬਚਾਈ ਹੈ। ਸ਼ਹੀਦ ਹੋਏ ਆ ਜ਼ਖਮੀ ਹੋਏ, ਸਿੰਘ ਸ਼ਹੀਦ ਵੀ ਹੋਈ ਜਾਂਦੇ ਨੇ ਤੇ ਫੱਟੜ ਵੀ ਹੋ ਰਹੇ ਹਨ। ਕਦਾ ਖੜੈ ਕਦ ਲੜੈ ਤਕੋਏ, ਕਦੇ ਖੜ ਕੇ ਲੜਦੇ ਨੇ, ਕਦੇ ਲੜਾਂ ਤੁਰੋਹੇ ਤੁਰੇ ਤੁਰੇ ਜਾਂਦੇ, ਲੜਦੇ ਤੁਰੀ ਜਾਂਦੇ ਨੇ। ਦੋਹਰਾ ਨਿੱਕੇ ਵੱਡੇ ਜੇ ਉਤੇ ਸਭ ਫੜ ਖੜੇ ਹਥਿਆਰ। ਜਦੋਂ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆਂ ਨੂੰ ਜ਼ਖਮੀ ਸੁਣਿਆ ਸਾਰੇ ਪੰਥ ਨੇ, ਭਾਵੇਂ ਕੋਈ ਨਿੱਕਾ ਜਥਾ ਸੀਗਾ ਭਾਵੇਂ ਕੋਈ ਵੱਡਾ ਜਥਾ ਸੀਗਾ, ਸਭ ਹਥਿਆਰ ਫੜ ਕੇ ਆ ਥੰਨੇ ਦੇ ਵਿੱਚ ਖੜੇ ਹੋ ਗਏ ਸਨ, ਸ਼ਸਤਰ ਫੜ ਕੇ। ਅੱਗਾ ਮੁਹਾਂ ਤੇ ਤੋ ਤੁਰੈ ਇੱਕ ਇੱਕ ਦੋਏ ਦੋਏ ਮਾਰ। ਉਹਨਾਂ ਸਾਰਿਆਂ ਨੇ ਤੈਅ ਕਰ ਲਿਆ ਕਿ ਅੱਗੋਂ ਉਥੋਂ ਤਾਂ ਤੁਰਨਾ ਹੈ, ਜੇ ਪਹਿਲਾਂ ਇੱਕ ਇੱਕ ਜਾਂ ਦੋ ਦੋ ਪਠਾਨਾਂ ਨੂੰ ਮਾਰ ਲਈਏ, ਮਾਰ ਕੇ ਗਾਂ ਤੁਰਨਾ ਹੈ। ਅਬ ਹੈ ਕਿਸੈ ਨੇ ਕਹਿ ਦਿਓ ਚੜ ਸਿੰਘ ਵੀਰ ਸੁਨਾਏ। ਤਦ ਕਿਸੇ ਸਿੰਘ ਨੇ ਸਰਦਾਰ ਚੜ੍ਹਤ ਸਿੰਘ ਜੀ ਜੋ ਸ਼ੁਕਰ ਚੱਕੀਆ ਮਿਸਰ ਵਾਲੇ, ਉਹਨਾਂ ਸੂਰਬੀਰਾਂ ਨੂੰ ਸੁਣਾ ਕੇ ਕਹਿ ਦਿੱਤਾ, ਤਾਨਾ ਮਾਰਿਆ ਚੜ੍ਹਤ ਸਿੰਘ ਨੂੰ। ਤੂੰ ਜਾ ਕਹਿਤ ਤੂੰ ਮੈਂ ਲੜੋ ਜੈ ਹੋਵਾ ਅਹਿਮਦ ਸ਼ਾਹੇ। ਇਹ ਸਰਦਾਰ ਚੜ੍ਹਤ ਸਿੰਘ, ਤੂੰ ਜੋ ਕਹਿੰਦਾ ਦਮ ਗਜਾ ਮਾਰਦਾ ਹੁੰਦਾ ਸੀ ਕਿ ਜਿੱਥੇ ਅਹਿਮਦ ਸ਼ਾਹ ਅਬਦਾਲੀ ਹੋਵੇਗਾ ਉਸ ਦੇ ਨਾਲ ਮੈਂ ਲੜਾਂਗਾ ਅੱਗੇ ਹੋ ਕੇ, ਤੇ ਹੁਣ ਤੂੰ ਲੜਦਾ ਕਿਉਂ ਨਹੀਂ ਹੈ? ਆਓ ਬਈ ਸੋ ਸੁਨ ਚੜ੍ਹਤ ਸਿੰਘ ਗੁੱਸਾ ਖਾਇਆ। ਉਹ ਤਾਨਾ ਸੁਣ ਕੇ ਸਰਦਾਰ ਚੜ੍ਹਤ ਸਿੰਘ ਨੇ ਬੜਾ ਗੁੱਸਾ ਖਾਧਾ ਹੈ। ਅਹਿਮਦ ਸ਼ਾਹ ਵੱਲ ਘੋੜੋ ਚਲਾਇਆ। ਅਹਿਮਦ ਸ਼ਾਹ ਅਬਦਾਲੀ ਵੱਲ ਨੂੰ ਘੋੜਾ ਤੋੜਿਆ। ਚੜ੍ਹਤ ਸਿੰਘ ਨੇ ਲੱਭਿਓ ਨਾ ਢੋਲਕ ਸੋ ਰਹਿਓ ਦੂਰ। ਜਿਹੜਾ ਖਾਲਸਾ ਹੈ ਉਹ ਕੁੱਤੇ ਬਿੱਲਿਆਂ ਦਾ ਚੂਹਿਆਂ ਦਾ ਸ਼ਿਕਾਰ ਨਹੀਂ ਕਰਦਾ, ਸ਼ੇਰਾਂ ਦਾ ਸ਼ਿਕਾਰ ਕਰਦਾ। ਅਹਿਮਦ ਸ਼ਾਹ ਅਬਦਾਲੀ ਨੂੰ ਲੱਭ ਲਿਆ ਵੀ ਕਿੱਥੇ ਹੈ ਵੱਡਾ ਸੂਰਮਾ। ਅਹਿਮਦ ਸ਼ਾਹ ਅਬਦਾਲੀ ਸੋ ਉਹਦੇ ਵੱਲੋਂ ਜਦ ਘੋੜਾ ਤੋਰਿਆ ਲੱਭਦਾ ਰਿਹਾ, ਪਰ ਉਹ ਦੂਰ ਸੀ ਬੜਾ ਕਿਤੇ ਫੌਜ ਵਿੱਚ। ਸਰਦਾਰ ਚੜ੍ਹਤ ਸਿੰਘ ਨੂੰ ਲੱਭਿਆ ਨਾ ਉਸ ਵੇਲੇ, ਦਿਸੈ ਨਾ ਦੂਰੋ ਡਰਈ ਧੂਰ। ਕਿਉਂਕਿ ਗਰਦ ਬਹੁਤ ਵੱਧ ਰਹੀ ਸੀਗੀ ਘੋੜਿਆਂ ਦੀਆਂ ਟਾਪਾਂ ਦੇ ਨਾਲ, ਦੂਰਾਂ ਤੋਂ ਦਿਖਦਾ ਨਹੀਂ ਸੀਗਾ ਤੇ ਨਾ ਹੀ ਕੋਈ ਦੱਸਣ ਵਾਲਾ ਸੀਗਾ ਕਿ ਉਹ ਕਿੱਥੇ ਹੈ। ਫਿਰ ਸਿੰਘ ਟੋਲ ਮੁੜ ਵੜਿਓ ਬਹੀਰ। ਸਰਦਾਰ ਚੜ੍ਹਤ ਸਿੰਘ ਅਹਿਮਦ ਸ਼ਾਹ ਅਬਦਾਲੀ ਨੂੰ ਲੱਭ ਕੇ ਜਦੋਂ ਕਿਤੇ ਵੀ ਨਾ ਲੱਭਿਆ ਤਾਂ ਫਿਰ ਮੁੜ ਕੇ ਆਪਣੇ ਮਹੀਰ ਦੇ ਵਿੱਚ ਆ ਵੜਿਆ ਹੈ। ਏਕ ਮਾਰ ਕੱਢਾ ਗਿਲਜੇ ਚੀਰ। ਫਿਰ ਗਿਲਜਾਂ ਨੇ ਮਾਰ ਕੇ ਤੇਗਾਂ ਚੀਰ ਕੇ ਦਫਾਰ ਕਰਕੇ ਕੱਢਦਾ ਤਲਵਾਰ ਨੂੰ। ਮਾਰਤ ਤੇਗ ਗਇਓ ਹੱਥ ਖਾਕ। ਦੁਸ਼ਮਣ ਦਾ ਇਕੱਲਾ ਹੀ ਮੁਕਾਬਲਾ ਕਰ ਰਿਹਾ ਸਰਦਾਰ ਚੜ੍ਹਤ ਸਿੰਘ ਸੂਰਮਾ। ਦੁਸ਼ਮਣ ਦੇ ਤੇਗਾਂ ਮਾਰਦੇ ਹੱਥ ਥੱਕ ਗਿਆ ਚੜ੍ਹਤ ਸਿੰਘ ਦਾ। ਆਓ ਸਿੰਘ ਜੀ ਲਿਓ ਨੇਜੋ ਚਾਕ। ਤਾਂ ਸਰਦਾਰ ਚੜ੍ਹਤ ਸਿੰਘ ਨੇ ਤਲਵਾਰ ਤਾਂ ਪਾ ਲਈ ਮਿਆਨ ਵਿੱਚ, ਇਹ ਨੇਜਾ ਉਠਾ ਲਿਆ, ਚੁੱਕ ਲਿਆ, ਕਹਿੰਦੇ ਆਓ ਇੱਧਰ ਓਏ। ਸ਼ੁਰੂ ਕਰ ਦਿੱਤੀ ਨੇਜੇ ਵਾਲੀ ਲੜਾਈ। ਮਾਰਨ ਨੇਜੇ ਫਲ ਟੁੱਟ ਗਇਓ। ਦੁਸ਼ਮਣ ਨੂੰ ਮਾਰਦੇ ਦਾ ਚੜ੍ਹਤ ਸਿੰਘ ਦੇ ਨੇਜੇ ਦਾ ਅੱਗੋਂ ਜਿਹੜਾ ਫਲ ਸੀਗਾ, ਲੋਕ ਸੀਗੇ ਲੋਹੇ ਵਾਲੀ, ਉਹ ਟੁੱਟ ਗਿਆ ਹੈ ਫਲ। ਫਿਰ ਸਿੰਘਨਾਥ ਰਾਮ ਜੰਗੋ ਲਿਓ। ਫਿਰ ਸਰਦਾਰ ਚੜ੍ਹਤ ਸਿੰਘ ਨੇ ਬੰਦੂਕ ਆਪਣੇ ਹੱਥ ਵਿੱਚ ਫੜ ਲਈ ਹੈ। ਅੱਗਿਓ ਘੋੜੋ ਤਬ ਔਰ ਬਦਲਾਇਓ। ਚੜ੍ਹਤ ਸਿੰਘ ਆਪਣੇ ਕੋਲ ਹਮੇਸ਼ਾ 5 ਘੋੜੇ ਰੱਖਦਾ ਹੁੰਦਾ ਸੀਗਾ। ਜਦੋਂ ਘੋੜਾ ਥੱਕ ਗਿਆ ਤਾਂ ਘੋੜਾ ਬਦਲ ਕੇ ਦੂਜੇ ਤੇ ਅਸਵਾਰ ਹੋ ਗਿਆ ਹੈ। ਲੱਗਿਓ ਜ਼ਖਮ
ਖੜ ਸਿੰਘ ਬੰਧਾਇਓ। ਚੜ੍ਹ ਸਿੰਘ ਦੇ ਸਰੀਰ ਤੇ ਸ਼ਸਤਰ ਲਾ ਕੇ ਜ਼ਖਮ ਹੋ ਗਿਆ ਹੈ ਤੇ ਚੜ੍ਹ ਸਿੰਘ ਨੇ ਉਸ ਫੱਟ ਉੱਤੇ ਪੱਟਾ ਬਣਾਇਆ ਹੈ ਖੜ ਕੇ। ਲਈ ਫੌਜ ਸਭ ਆਪਣੀ ਸਾਥ। ਸਰਦਾਰ ਚੜ੍ਹ ਸਿੰਘ ਨੇ ਆਪਣੀ ਸ਼ੁਕਰ ਚੱਕੀਆ ਮਿਸਰ ਦੀ ਸਾਰੀ ਫੌਜ ਨਾਲ ਲੈ ਲਈ ਹੈ। ਬਹੁਤ ਗਿਰਜਨ ਸਿਰ ਮਾਰੈ ਹਾਥ। ਬਹੁਤ ਗਿਰਜਿਆਂ ਨੇ ਸਿਰ ਉੱਪਰ ਹੱਥ ਮਾਰਿਆ ਉਸਨੇ। ਬਹੁਤ ਗਿਰਜ ਮਾਰ ਚਪੇੜਾ ਉਹੀ ਮਗਰਾਜ ਤੇ ਸੁੱਟ ਦਿੱਤੇ। ਜਹਾਂ ਵਹੀਰ ਬਹੁ ਪਰੇ ਭੀਰ। ਜਿੱਥੇ ਵਹੀਰ ਉੱਤੇ ਬਹੁਤੀ ਭੀੜ ਪੈਂਦੀ ਬਹੁਤਾ ਹਮਲਾ ਹੁੰਦਾ ਗਿਰਜੀਆਂ ਦਾ। ਆਪ ਡਹੈ ਤਹ ਸਿੰਘ ਸਰੀਰ। ਉੱਥੇ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ ਆਪ ਆਪਣਾ ਸਰੀਰ ਅੱਗੇ ਡਾ ਦਿੰਦਾ, ਅੱਗੇ ਹੋ ਕੇ ਚੱਲਦਾ ਸਾਰਿਆਂ ਦੇ ਵਾਰ ਨੂੰ। ਦੂਰਾ ਬਹੁਤ ਗਿਰਜਨ ਕੋ ਮਾਰ ਕੈ ਬਹੁ ਸਿੰਘ ਜੀ ਲਈ ਬਚਾਏ। ਹੁਣ ਇਸ ਨੇ ਠੱਲ ਪਾ ਦਿੱਤੀ ਹੈ, ਬਹੁਤੇ ਗਲਜੇ ਮਾਰ ਦਿੱਤੇ ਨੇ ਤੇ ਬਹੁਤੇ ਸਿੰਘਾਂ ਨੂੰ ਗਲਜਿਆਂ ਤੋਂ ਬਚਾ ਲਿਆ ਹੈ। ਗਿਰਜਨ ਕੋ ਘੋੜੋ ਲੱਭੈ ਪਿਆਦਨ ਤੁਰੈ ਚੜਾਏ। ਗਲਜਿਆਂ ਦੇ ਘੋੜੇ ਖੋ ਖੋ ਕੇ ਪੈਦਲ ਸਿੰਘਾਂ ਨੂੰ ਕਿਹਾ ਵੀ ਚੜੋ ਬਈ ਉੱਤੇ। ਉਹਨਾਂ ਦੇ ਹੀ ਚੜਾ ਦਿੱਤਾ ਮੁਸਲਿਆਂ ਦੇ ਘੋੜਿਆਂ ਦੇ ਸਿੰਘਾਂ ਨੂੰ। ਲਓ ਬਈ ਚੜ੍ਹਤ ਸਿੰਘ ਸਾਥ ਨਾ ਕਿਸ ਤੇ ਹੋਏ। ਚੜ੍ਹਤ ਸਿੰਘ ਨੇ ਇੰਨਾ ਤੇਜ਼ ਹਮਲਾ ਕਰ ਦਿੱਤਾ ਕਿ ਕਿਸੇ ਤੋਂ ਵੀ ਉਸ ਦਾ ਸਾਥ ਨਹੀਂ ਦਿੱਤਾ ਜਾਂਦਾ ਹੈ। ਇਕੱਲਾ ਹੀ ਮਾਰੋ ਮਾਰ ਕਰਦਾ ਤੁਰਿਆ ਜਾ ਰਿਹਾ ਹੈ। ਜੋ ਲਲਕਾਰੈ ਤਹ ਜਾਏ ਸੋਏ। ਜਿਹੜਾ ਗਿਲਜਾ ਲਲਕਾਰਦਾ ਹੈ ਅੱਗੋਂ ਚੜ੍ਹਤ ਸਿੰਘ ਉੱਥੇ ਹੀ ਜਾ ਕੇ ਉਹਦੇ ਗਲ ਪੈ ਜਾਂਦਾ ਹੈ। ਵਹੀਰੈ ਨਾ ਛੁਟੈ ਖੜ ਤੁਰ ਲੜੈ। ਵਹੀਰ ਦਾ ਪਿੱਛਾ ਨਹੀਂ ਛੱਡਦਾ ਹੈ, ਕਦੇ ਖੜ ਕੇ ਲੜਦਾ ਕਦੇ ਤੁਰਿਆ ਜਾਂਦਾ, ਇਹ ਲੜਦਾ ਜਾਂਦਾ ਹੈ। ਮੁੜਾ ਅੱਗੇ ਕਬ ਪਿਛੈ ਮੁੜੈ। ਕਦੀ ਅੱਗੇ ਨੂੰ ਹੱਲਾ ਬੋਲ ਕੇ ਜਾਂਦਾ, ਕਦੀ ਪਿਛਾਂਹ ਨੂੰ ਮੁੜ ਪੈਂਦਾ ਹੈ। ਫੌਜ ਛੱਡ ਕਬ ਏਕਲ ਧਾਵੈ। ਕਦੇ ਫੌਜ ਨੂੰ ਛੱਡ ਕੇ ਇਕੱਲਾ ਹੀ ਧਾਵਾ ਬੋਲ ਦਿੰਦਾ ਹੈ। ਮਾਰ ਗਿਲਜਨ ਫਿਰ ਫੌਜੀ ਆਵੈ। ਗਿਲਜੀਆਂ ਨੂੰ ਮਾਰ ਕੇ ਫਿਰ ਆਪਣੀ ਫੌਜ ਵਿੱਚ ਆਣ ਵੜਦਾ ਹੈ। ਵਿਜੈ ਫੌਜ ਬਹੁ ਜੋਖੋ ਖਾਵੈ। ਉਸ ਦੀ ਆਪਣੀ ਫੌਜ ਲੜਾਈ ਵਿੱਚ ਬੜੇ ਜ਼ਖਮ ਖਾ ਰਹੀ ਹੈ। ਸਰਦਾਰ ਜਦੋਂ ਲੜ ਰਿਹਾ ਹੈ ਉਸ ਦਾ, ਫਿਰ ਉਹ ਕਿਵੇਂ ਪਿੱਛੇ ਹਟ ਸਕਦੇ ਸਨ। ਸਾਰੇ ਸਰਦਾਰ ਗਿਲਜੀਆਂ ਅੱਗੇ ਆਪਣੀ ਛਾਤੀ ਡਾਉਂਦੇ ਸਨ। ਫਟੇ ਗਿਰੇ ਕਿਸੇ ਬੇਲੇ ਪਾਵੈ। ਜਿਹੜੇ ਸਿੰਘ ਫਟੜ ਹੋ ਕੇ ਡੇਗ ਪੈਂਦੇ ਸਨ ਉਹਨਾਂ ਨੂੰ ਕਿਸੇ ਜੰਗਲ ਵੇਲੇ ਵਿੱਚ ਜਾਂ ਕਿਸੇ ਪਿੰਡ ਵਿੱਚ ਆਸੇ ਪਾਸੇ ਲੈ ਜਾਂਦੇ ਸਨ ਸਿੰਘਾਂ ਨੂੰ ਕਿ ਸਿੰਘ ਦੀ ਜ਼ਖਮ ਬਣਾਓ ਜਾ ਕੇ ਬਈ ਸ਼ਹੀਦੀ ਨਾ ਕਿਤੇ ਪਾ ਜਾਵੇ, ਕਿਉਂਕਿ ਯੋਧੇ ਸਿੰਘ ਸੀਗੇ। ਲੱਗਦੀ ਵਾਏ ਮਰਨ ਨਹੀਂ ਸਕਦੇ ਆਪਦੇ ਸੂਰਮਿਆਂ ਨੂੰ। ਚੁੱਕ ਚੁੱਕ ਕੇ ਜੰਗ ਦੇ ਵਿੱਚ ਵੈਸੇ ਮਾਵਾਂ ਵੀ ਪੁੱਤ ਨਹੀਂ ਸਾਂਭਦੀਆਂ, ਪਰ ਸਿੰਘ ਤਾਂ ਅੱਗੇ ਹੀ ਥੋੜੇ ਨੇ ਜਿਹੜੇ ਜ਼ਖਮੀ ਹੁੰਦੇ ਉਹਨਾਂ ਨੂੰ ਚੁੱਕ ਕੇ ਜੰਗਲ ਬੇਲਿਆਂ ਦੇ ਵਿੱਚ ਸੇਫਟੀ ਜਗ੍ਹਾ ਤੇ ਲੈ ਜਾਂਦੇ ਜਾਂ ਕਿਸੇ ਦੇ ਘਰ, ਜਿਸ ਤਰ੍ਹਾਂ ਬਾਬਾ ਬਚਿੱਤਰ ਸਿੰਘ ਜੀ ਨੂੰ ਗੁਰਦੁਆਰਾ ਭੱਟ ਸਾਹਿਬ ਉੱਥੇ ਸਾਧ ਸੰਗਤ ਜੀ ਉਹ ਪਠਾਨ ਦੇ ਘਰ ਪਾਇਆ ਸੀਗਾ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਬਾਬਾ ਜੀ ਸ਼ਹੀਦ ਤਾਂ ਹੋ ਗਏ ਤੇ ਪਰ ਇਲਾਜ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਤੁਰਕਾਂ ਨੂੰ ਉਹ ਪਠਾਨ ਨੇ ਤੇ ਜਵਾਬ ਦੇ ਦਿੱਤਾ ਸੀਗਾ, ਕਹਿੰਦੇ ਸਾਡੇ ਕੋਲ ਕੋਈ ਨਹੀਂ ਹੈ, ਕਹਿੰਦੇ ਵੇਖ ਲਓ ਤੁਹਾਡਾ ਟੱਬਰ ਮਾਰ ਦਿਆਂਗੇ, ਕਹਿੰਦੇ ਲੈ ਲਓ ਤਲਾਸ਼ੀ। ਬੜੀ ਸੂਰਮਗਤੀ ਨਾਲ ਤਲਾਸ਼ੀ ਦਿੱਤੀ, ਕਹਿੰਦੇ ਵੀ ਆਹ ਤੇ ਮੇਰੀ ਧੀ ਦਾ ਕਮਰਾ ਹੈ। ਉਸ ਕਮਰੇ 'ਚ ਬਾਬਾ ਜੀ ਨੂੰ ਲਟਾਇਆ ਹੋਇਆ ਸੀਗਾ। ਇੰਜ ਸਿੰਘਾਂ ਦੀ ਸੇਵਾ ਹੁੰਦੀ ਹੈ। ਕਈ ਸਿੰਘਾਂ ਨੂੰ ਫੜ ਕੇ ਅੱਗੇ ਤੋਰਦਾ, ਕਹਿੰਦਾ ਚਲੋ ਨਿਕਲ ਚਲੋ ਬਈ ਅੱਗੇ ਨੂੰ, ਇਹਨਾਂ ਤੋਂ ਦੂਰ ਹੋ ਜਾਓ। ਕਈਆਂ ਕੋ ਨਿਜ ਪੋਤਲ ਚਲਾਵੈ। ਕਈਆਂ ਨੂੰ ਆਪ ਘੋੜਾ ਦੇ ਕੇ ਅੱਗੇ ਤੋਰਦਾ ਹੈ। ਇਵੰ ਗਹੀਰੀਆਂ ਕਰੈ ਨਿਬਾਹੇ। ਇਉਂ ਹੀਰ ਵਾਲਿਆਂ ਦਾ ਨਿਰਵਾਹ ਕਰ ਰਿਹਾ ਹੈ।
ਪੈਦਲ ਨੂੰ ਘੋੜਿਆਂ ਦੇ ਚੜਾਉਂਦਾ ਹੈ। ਜਿੱਥੇ ਕੋਈ ਗਿਲ ਝਾੜਦਾ ਉੱਥੇ ਆਪ ਅੱਗੇ ਹੋ ਕੇ ਟਾਕਰਾ ਕਰਦਾ। ਵਹੀਰੀਆਂ ਨੂੰ ਕਹਿੰਦਾ ਤੁਸੀਂ ਤੁਰੇ ਚਲੋ। ਬਹੁਤ ਲੋਕ ਹਿਮਦਏ ਬਚਾਏ। ਇਉਂ ਸਰਦਾਰ ਚੜ੍ਹਤ ਸਿੰਘ ਨੇ ਆਪ ਸਿੱਧੀ ਟੱਕਰ ਲੈ ਕੇ ਗਿਲਜਿਆਂ ਦੇ ਨਾਲ ਬਹੁਤ ਸੰਗਤ ਬਚਾ ਲਈ ਹੈ। ਬਹੁਤ ਸਿੰਘ ਬਚਾ ਲਏ ਸਨ। ਆਪ ਲੜ ਕੇ ਦੌੜ ਗਿਰਜਨ ਪਰ ਯਾਉਜ ਸਿੰਘ ਕਰੈ। ਗਿਲਜਿਆਂ ਉੱਤੇ ਇਉਂ ਹੱਲਾ ਕਰਕੇ ਪੈਂਦਾ ਚੜ੍ਹਤ ਸਿੰਘ। ਜਨ ਕੂੰਜਨ ਪੈ ਬਹਿਰੀ ਪਰੈ। ਜਿਵੇਂ ਕੂੰਜਾਂ ਤੇ ਬਹਿਰੀ ਬਾਜ ਵਰਗਾ ਮਾਸਾਹਾਰੀ ਪੰਛੀ ਚਪੜ ਕੇ ਪੈਂਦਾ ਹੈ। ਸੈਨਾ ਕਿਸ ਦੋਏ ਸੱਟ ਲਾਵੈ। ਕਿਸੇ ਗਿਲਜੇ ਤੇ ਸ਼ਸਤਰ ਦੀ ਇੱਕ ਸੱਟ ਲਾਉਂਦਾ, ਕਿਸੇ ਦੋਏ ਸੱਟ ਲਾਵੇ, ਕਿਸੇ ਨੂੰ ਦੋ ਸੱਟਾਂ ਲਾਉਂਦਾ ਹੈ। ਇਤ ਤੇ ਉਤ ਤੇ ਇਤ ਧਾਵੈ। ਇਹ ਉਧਰ ਮਾਰ ਕੇ ਛਾਲ ਤੇ ਉਧਰੋਂ ਇੱਧਰ ਨੂੰ ਚਾਰ ਸਵੇਰੇ ਹੱਲੇ ਤੇ ਹੱਲਾ ਕਰਦਾ। ਇਕੱਲਾ ਹੀ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ। ਦੋਹਰਾ ਗੰਗੇਰੀ ਜਿਮ ਘੋੜੋ ਘੁੰਮੈ। ਵੜ ਬਿਜਲ ਜਿਮ ਦਲਿਆਪ। ਗੰਗੇਰੀ ਪਾਣੀ ਦਾ ਜੀਵ ਟੱਡੀ ਕੁ ਜਿੱਡਾ, ਉਹ ਪਾਣੀ ਦੇ ਉੱਪਰ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਬੜੀ ਤੇਜ਼ ਨਾਲ ਘੁੰਮਦਾ ਫਿਰਦਾ। ਜਿਵੇਂ ਗੰਗੇਰੀ ਪਾਣੀ ਉੱਪਰ ਬੜੀ ਤੇਜ਼ੀ ਨਾਲ ਦੌੜਦਾ, ਉਸ ਦੇ ਵਾਂਗ ਚੜ੍ਹਤ ਸਿੰਘ ਦਾ ਘੋੜਾ ਘੁੰਮਦਾ ਹੈ, ਕਦੇ ਇੱਧਰ ਕਦੇ ਉੱਧਰ। ਆਪ ਚੜ੍ਹਤ ਸਿੰਘ ਫੌਜਾਂ ਵਿੱਚ ਬਿਜਲੀ ਦੀ ਫੁਰਤੀ ਨਾਲ ਵੜ ਕੇ ਗਿਲਜਿਆਂ ਦੀ ਮਾਰ ਵਿੱਚੋਂ ਨਿਕਲ ਆਉਂਦਾ ਹੈ। ਚੜ੍ਹਤ ਸਿੰਘ ਗਿਰਜਨ ਹਿਮ ਕੁਟੈ। ਪੁੰਨ ਕੁਟੈ ਜਿਮ ਪਾਪ। ਚੜ੍ਹਤ ਸਿੰਘ ਗਿਲਜਨ ਹਿਮ ਕੱਟੈ। ਗਿਲਜਨ ਚੜ੍ਹਤ ਸਿੰਘ ਇਉਂ ਕੱਟਦਾ ਤੇ ਵੜਦਾ ਹੈ। ਪੁੰਨ ਕੱਟੈ ਜਿਮ ਪਾਪ। ਜਿਵੇਂ ਪਾਪ ਨੂੰ ਪੁੰਨ ਕੱਟਦਾ ਹੈ, ਇੰਨੀ ਤੇਜ਼ੀ ਨਾਲ ਵੜਦਾ ਗਿਲਜਿਆਂ ਨੂੰ। ਜਾਓ ਬਈ ਬਹੀਰ ਛਾਟ ਸਿੰਘ ਦੂਰ ਨਾ ਜਾਵੈ। ਚੜ੍ਹਤ ਸਿੰਘ ਵਹੀਰ ਨੂੰ ਛੱਡ ਕੇ ਦੂਰ ਨਹੀਂ ਜਾਂਦਾ ਹੈ, ਤਾਂ ਕਿ ਵਹੀਰ ਉੱਤੇ ਕੋਈ ਹੱਲਾ ਨਾ ਕਰ ਦੇਵੇ। ਆਪ ਫਤਿਹ ਔਰ ਬਹੀਰ ਬਚਾਵੈ। ਆਪ ਖੱਟ ਖਾਂਦਾ ਹੈ ਪਰ ਵਹੀਰ ਨੂੰ ਬਚਾਉਂਦਾ ਹੈ। ਲੋਹੂ ਰੰਗ ਸਭ ਕੱਪੜੇ ਭਏ। ਸਾਰੇ ਸਰੀਰ ਦੇ ਜ਼ਖਮਾਂ ਵਿੱਚੋਂ ਲਹੂ ਦੀਆਂ ਘਰਾੜਾਂ ਵਗ ਰਹੀਆਂ ਨੇ। ਲਹੂ ਦੇ ਨਾਲ ਸਾਰੇ ਸਰੀਰ ਦੇ ਬਸਤਰ ਲਾਲ ਰੰਗ ਦੇ ਹੋ ਗਏ ਹਨ। ਹੀਲ ਫਾਕ ਜਨ ਰੰਗ ਰੰਗਾਏ। ਜਾਣੋ ਕਿ ਫੱਗਣ ਦੇ ਮਹੀਨੇ ਵਿੱਚ ਜਿਵੇਂ ਹੋਲੀ ਖੇਡ ਕੇ ਪਿਚਕਾਰੀਆਂ ਦੇ ਨਾਲ ਗੁਲਾਲ ਪਾਉਂਦੇ ਨੇ, ਇਉਂ ਰੰਗੇ ਗਏ ਨੇ ਸਿੰਘ। ਪੰਜ ਘੋੜੇ ਨਿਜ ਕੋਤਲ ਰਖਾਏ। ਸਰਦਾਰ ਚੜ੍ਹਤ ਸਿੰਘ ਨੇ ਆਪਣੇ ਚੜ੍ਹਨ ਵਾਸਤੇ 5 ਘੜੇ ਘੋੜੇ ਰੱਖੇ ਹੋਏ ਸਨ ਨਾਲ। ਛੱਡ ਏਕ ਕੋ ਔਰ ਚੜ੍ਹਦਾ ਏ। ਜਦੋਂ ਇੱਕ ਘੋੜਾ ਥੱਕ ਜਾਂਦਾ ਹੈ, ਉਸ ਨੂੰ ਛੱਡ ਕੇ ਦੂਜੇ ਘੋੜੇ ਤੇ ਚੜ੍ਹ ਕੇ ਫਿਰ ਧਾਵਾ ਬੋਲ ਦਿੰਦਾ ਹੈ। ਸ਼ਾਸਤਰ ਚੜ੍ਹਤ ਸਿੰਘ ਬਹੁਤੇ ਖਾਏ। ਚੜ੍ਹਤ ਸਿੰਘ ਨੇ ਆਪਣੇ ਸਰੀਰ ਉੱਪਰ ਬਹੁਤ ਸ਼ਸਤਰ ਖਾਧੇ ਨੇ, ਬੜੇ ਜ਼ਖਮ ਹੋਏ ਨੇ ਚੜ੍ਹਤ ਸਿੰਘ ਦੇ। ਦੇਖ ਕੇ ਉਧਰੇ ਫੇਰ ਲੜਾਏ। ਆਪਣੇ ਜ਼ਖਮਾਂ ਵੱਲ ਵੇਖ ਕੇ ਉਦਾਸ ਨਹੀਂ ਹੁੰਦਾ ਹੈ। ਜਬ ਬਾਣ ਲਾਗਿਓ ਤਬ ਰੋਸ ਜਾਗਿਓ। ਸਿੰਘਾਂ ਨੂੰ ਸ਼ਾਬਾਸ਼ ਦੇ ਕੇ ਹੌਸਲਾ ਦੇ ਕੇ ਲੜਾਈ ਲਈ ਤੁਰਿਆ ਜਾਂਦਾ ਹੈ। ਆਗੈ ਹੋਏ ਹੋਏ ਬੰਦੂਕ ਚਲਾਏ। ਅੱਗੇ ਹੋ ਕੇ ਬੰਦੂਕ ਚਲਾਉਂਦਾ ਹੈ। ਜਿਹੜੀ ਅੱਜ ਕੱਲ੍ਹ ਦੀ ਲੜਾਈ ਹੈ, ਉਹ ਤਾਂ ਭਾਵੇਂ ਮੇਰੇ ਵਰਗੇ ਮਰੇ ਦੇ ਹੱਥ ਵਿੱਚ ਵੀ ਕੋਈ ਗੱਲ ਨਾ ਕੋਈ ਫੜਾ ਲਓ, ਘੋੜਾ ਹੀ ਲੱਭਣਾ, ਹੋਰ ਕੀ ਕਰਨਾ, ਕੱਖ ਨਹੀਂ ਕਰਨਾ, ਨਿਸ਼ਾਨਾ ਲਾਉਣਾ ਬਸ। ਕਮਜ਼ੋਰ ਬੰਦਾ ਵੀ ਲੜ ਸਕਦਾ। ਇਹ ਜਿਹੜੀ ਲੜਾਈ ਹੈ ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ, ਤੁਸੀਂ ਸੁਣਦੇ ਹੋ ਸਿੰਘਾਂ ਦੀ ਅਹਿਮਦ ਸ਼ਬਦ ਅਲੀ ਨਾਲ, ਇਹ ਕਮਜ਼ੋਰ ਬੰਦਿਆਂ ਦੀ ਨਹੀਂ, ਕੰਮ ਦਿਲਿਆਂ ਬੰਦਿਆਂ ਦੀ ਨਹੀਂ ਹੈ ਲੜਾਈ। ਜੰਗ ਵੇਖ ਕੇ, ਲੜਾਈ ਵੇਖ ਕੇ ਤਾਂ ਵੇਖਣ ਵਾਲਾ ਵੀ ਘਬਰਾ ਜਾਂਦਾ। ਮੈਂ ਤਾਂ ਕਿਸੇ ਨੂੰ ਜ਼ਖਮੀ ਜਾਂ ਕੋਈ ਚੜਾਈ ਕੀਤਾ ਨਹੀਂ ਵੇਖ ਸਕਦਾ। ਕਮਜ਼ੋਰ ਦਿਲ ਦੀ ਨਿਸ਼ਾਨੀਆਂ ਆਪਾਂ ਵੇਖ ਵੀ ਨਹੀਂ ਸਕਦੇ, ਇੰਨਾ ਦਿਲ ਘਬਰਾ ਜਾਂਦਾ ਹੈ। ਜ਼ਖਮਾਂ ਚੋਂ ਖੂਨ ਵਗ ਰਿਹਾ, ਪਤਾ ਨਹੀਂ ਕਿੱਥੇ ਕਿੱਥੇ ਜ਼ਖਮ ਨੇ।
और कपड़े लहू ना भिजे हुए ने, कमजोर दिल वाला तो वेख भी नहीं सकता, वो तो घबरा के दौड़ जाऊगा की लैन बल्ले बल्ले क्यों दौड़ो इथों, आपकी जान बचाओ। पर नहीं, खासा केवल अपने बारे नहीं दूजे बारे वहीर को नहीं कुछ हुक्म दे दिया। सो सूरमा जिहड़ा है वो वध के जंग कर रहा है, आगे हुए बंदूक चलाए, अगे हो करके बड़ी बहादुरी बड़ी दलेरी के नाल जोर का जंग है, बाहूबल का छाला मारन वाला घोड़े भजा के जोर दे तुर्कां दे सिर उपर नेजे बाशे मारन वाला बल वाला जंग है। सूरमगति कर रहा है, गगन दमामन बाजियो परियो निशाने खाओ, खेत जो मांडे सूरमा अब जूझन को दाओ, सूरा सू पहचानिए जो लड़े दीन के हेत, पुरजा पुरजा कट मरे अब हूर न छड़ खेत। एक को मार दोए तन लाए, एक नू मार के फिर दूजे गिरजे नू बंदूक दा फायर मारदा है। वो बंदूक जब खाली होए, वो बंदूक जदों खाली हो जाती है फिर गए और दे हाथ ते खोए, वो सिंघां ने हथों बंदूक खो के तेजी नाल गिर जाते फायर करदा है। बंदूकी दल में अटाई बतावे, सो भाई रतन सिंह जी कहते ने कि सारी सिंघां दी फौज विच सारे दल विच 2.5 बंदूकीए गिने गए हन। एक चढ़त सिंह गयो सप दल अगावे, एक सरदार चढ़त सिंह शुक्र चकिया ते दूजा सारा दल, भाव जिन्नियां बंदूकां दा फायर चढ़त सिंह करदा उन्नियां बंदूकां सारा दल चलाउंदा है। और बंदूकी बड़ो अखावे, और जे कोई दल विच बड़ा बंदूक चलाउण वाला निशानी बाज खवाउंदा है, चढ़त सिंह आके अतो बतावे, जे उसदा चढ़त सिंह नाल मुकाबला करिए तां अद्धा है पूरा नहीं उतरदा कोई। इस करके सारे वहीर की गिनती करके कहते भी 2.5 बंदूकीए समझ लो, एक पासे सारा दल एक पासे कला चढ़त सिंह समझ लो, जे होर कोई योधा बंदूक चलाउण वाला तो चढ़त सिंह अगे अद्धा ही गिणिया जांदा, पूरा नहीं उतर सकता है। पूरा बंदूक सरदार चढ़त सिंह की कियो जग में मशहूर, उस दिन नूं लैके जदों घल्लूकारा होया चढ़त सिंह सरदार दी बंदूक करके मशहूरी हो गई जगत विच कि चढ़त सिंह दी बंदूक तां दुश्मन दी अलख मुकाई तुरी जाती है। संसार के प्रसिद्ध बंदूकियां विच नाम गिणिया गया है सरदार चढ़त सिंह जी का। जदों पाकिस्तान हिंदुस्तान की जंग हुई 72 वाली, कहते कि राजू नाम का मुंडा सीगा, हरमंदिर साहब की दर्शनी लोहड़ी के उपर उन्हें बैठ के गन भिड़ी हुई सी और उसका निशाना एक दी अख वर्गा इन्ना तेज सीगा कि जिहड़ा भी पाकिस्तानियों का जहाज अमृतसर के उपर या हरमंदिर साहब के उपर वार करने वास्ते आउंदा, वो जद घोड़ा चलाउंदा सी गन दा उस वक्त ही जहाज डेग लैंदा सीगा। क्यों जे विपता पई है रब ने पाई है ते सूरमे भी पैदा कीते ने मुकाबले वास्ते। मारा जैसे मारे नेड़ियो तैसे मारा दूर, बंदूक दा जिवें नेड़े निशाना मारदा है चढ़त सिंह उवें ही दूरों निशाना फुंडदा है। तुरत फुरत लाते मरत बहीर गयो को आवरा, तुरत फुरत ही लड़दियां मरदियां वहीर एक को होर अगे निकल गया, दो भी अगे सट गया। तो फिर अहमद शाह निज कर परियो सिंगन पर तार, तो फिर अहमद शाह अब्दाली आप अपनी खास फौज लैके सिंगापुर आ गया हल्ला करके। तो भाई जोर पाए सिंह फौज ने कारी, ਸਿੰਘਾਂ ने जोर पा के वहीर विचों तुर्कां नूं कढिया, फौज नूं पिछे हटाया है। घेरियो बहीर वा तुमन भारी,
ਤੁਮਣ 12,000 ਦਾ ਇੱਕ ਇੱਕ ਜਥਾ, ਉਹਦਾ ਨਾਮ ਹੈ ਤੁਮਣ। ਬੜੇ ਭਾਰੀ ਜਥੇ ਨਾਲ ਪਠਾਨਾਂ ਨੇ ਫਿਰ ਵਜ਼ੀਰ ਨੂੰ ਆ ਘੇਰਿਆ ਹੈ। ਤਿਨ ਮੈਂ ਗ੍ਰੰਥ ਤੁਰਤ ਥੇ ਦੋਏ, ਉਹਨਾਂ ਦੇ ਵਿੱਚ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘਾਂ ਦੇ ਪੱਲੇ ਕੱਖ ਨਹੀਂ, ਮੈਨੂੰ ਮਾਫ ਕਰਨਾ, ਨਾ ਕੋਈ ਕਾਰੋਬਾਰ, ਨਾ ਕੋਈ ਖਾਣਾ ਪੀਣਾ, ਨਾ ਕੋਈ ਪੈਸਾ ਧੇਲਾ, ਪਰ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਸਾ ਨਹੀਂ ਕੀਤਾ। ਉਹਨਾਂ ਦਾ ਪਿਆਰ ਸੀਗਾ, ਸ਼ਰਧਾ ਸੀ ਗੁਰਬਾਣੀ ਪ੍ਰਤੀ। ਉਹ ਜਿੱਥੇ ਵੀ ਜਾਂਦੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਨਾਲ ਰੱਖਦੇ। ਤੰਬੂਆਂ ਦੇ ਵਿੱਚ ਅਖੰਡ ਪਾਠ ਪਹਿਲਾਂ ਨਹੀਂ ਸਨ ਹੁੰਦੇ। ਪਹਿਲਾਂ ਗੁਰੂ ਮਹਾਰਾਜ ਦੇ ਵੇਲੇ 2 ਅਖੰਡ ਪਾਠ ਹੋਏ ਨੇ, ਸਿਰਫ ਗਿਣਤੀ ਦੇ 2 ਅਖੰਡ ਪਾਠ। ਇੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਰਵਾਇਆ, ਜਬ ਹੀ ਜਾਤ ਤਰਬੇਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ। ਤੇ ਦੂਸਰਾ ਆਪਣਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਹੋਣ ਲਈ ਮਾਤਾ ਨਾਨਕੀ ਜੀ ਦੇ ਬੇਨਤੀ ਕਰਨ ਨੂੰ ਕਿ ਸਾਹਿਬਜ਼ਾਦੇ ਦੇ ਦਰਸ਼ਨ ਕਰਾਓ, ਗੁਰੂ ਸਾਹਿਬ ਜੀ ਦੇ ਅਖੰਡ ਪਾਠ ਕਰਕੇ ਅਰਦਾਸ ਕਰਾਓ। ਦੂਜਾ ਸ੍ਰੀ ਅਖੰਡ ਪਾਠ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ, ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਭਾਈ ਮਣੀ ਸਿੰਘ ਮਲਕਾਰੀ ਲਾ ਕੇ, ਤੇ ਉਹ ਸਾਵਣ ਦੇ ਮਹੀਨੇ ਸੰਪੂਰਨ ਹੋਇਆ। ਉਸ ਤੋਂ ਬਾਅਦ ਅਰਥਾਂ ਦੀ ਕਥਾ ਵੀ ਸੰਪੂਰਨ ਹੋਈ। ਫਿਰ ਮਹਾਰਾਜ ਨੇ 25 ਸਿੰਘ ਲਾ ਕੇ 5 ਅਖੰਡ ਪਾਠੀ, ਗੁਰੂ ਤੇਗ ਬਹਾਦਰ ਜੀ ਨੇ ਤਾਂ 5 ਸਿੱਖ ਹੀ ਅਖੰਡ ਪਾਠੀ ਲਾਏ। ਤੇ ਉਸ ਵਕਤ ਕਲਗੀਧਰ ਜੀ ਕਹਿੰਦੇ ਨੇ ਕਿ ਜਬ ਹੀ ਜਾਤ ਬੇੜੀ ਪਏ ਪੁੰਨ ਦਾਨ ਦਿਨ ਕਰਤ ਪਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਤੇ ਬੇੜੀ 'ਚ ਸਾਡਾ ਪ੍ਰਕਾਸ਼ ਹੋਇਆ ਤੇ ਪਟਨੇ ਦੇ ਵਿੱਚ ਸਾਡਾ ਅਵਤਾਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ 25 ਸਿੰਘ ਸੇਵਾ ਵਿੱਚ ਲਾਏ, 5 ਅਖੰਡ ਪਾਠੀ, 5 ਸ੍ਰੀ ਜਪਜੀ ਸਾਹਿਬ ਵਾਲੇ, 5 ਧੂਪੀਏ, 5 ਪਹਿਰੇਦਾਰ ਤੇ 5 ਲਾਂਗਰੀ ਸਿੰਘ। ਕਿਉਂ 25 ਸਿੰਘਾਂ ਦੀ ਸੇਵਾ ਲਈ। ਤੇ ਮਹਾਰਾਜ ਨੇ ਇੱਕ ਚੌਂਕੜੇ ਤੇ ਬੈਠ ਕੇ ਅਖੰਡ ਪਾਠ ਸਾਹਿਬ ਸੁਣਿਆ। ਤੇ ਬਾਕੀ ਸਹਿਜ ਪਾਠ ਹੀ ਹੁੰਦੇ ਰਹੇ। 5ਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਉਹਦਾ ਸਹਿਜ ਪਾਠ ਬਾਬੇ ਬੁੱਢੇ ਨੇ ਕੀਤਾ। ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਇਆ। ਤੇ ਬਾਬਾ ਬੁੱਢਾ ਜੀ ਜੋਤੀ ਜੋਤ ਸਮਾਏ, ਉਹਦਾ ਸਹਿਜ ਪਾਠ ਭਾਈ ਗੁਰਦਾਸ ਜੀ ਨੇ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਇਆ। ਘੋੜਾ ਜੋੜਾ, ਕੱਪੜਾ ਲੀੜਾ, ਮਾਇਆ ਤੀਲਾ, ਭੇਟਾ ਬਕਾਇਦਾ ਗੁਰੂ ਘਰ ਦੀ ਮਰਿਆਦਾ ਅਨੁਸਾਰ ਦਿੱਤੀ ਗਈ। ਫਿਰ ਭਾਈ ਗੁਰਦਾਸ ਜੀ ਜੋਤੀ ਜੋਤ ਸਮਾਏ, ਉਹਦਾ ਸਹਿਜ ਪਾਠ ਅਕਾਲ ਤਖਤ ਦੇ ਬਾਬੇ ਵਿਧੀ ਚੰਦ ਨੂੰ ਕਰਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਇੰਜ ਸਹਿਜ ਪਾਠਾਂ ਦੀ ਮਰਿਆਦਾ ਸੀਗੀ। ਤੇ ਅਖੰਡ ਪਾਠ ਸਾਹਿਬ ਗੁਰੂਆਂ ਵੇਲੇ 2 ਹੋਏ। ਤੇ ਆ ਹੁਣ ਜਦ ਸਿੰਘਾਂ ਦੀ ਬਿਪਤਾ ਪੈਂਦੀ ਆ, ਕਿਸੇ ਮੁਹਿੰਮ ਤੇ ਚੜ੍ਹਨਾ ਹੁੰਦਾ, ਤੇ ਉਹ ਦਵਾ ਦਵ ਕਿ ਤੁਰਕਾਂ ਦਾ ਕੀ ਪਤਾ, ਸਹਿਜ ਪਾਠ ਦਾ ਲੇਟ ਭੋਗ ਪੈਂਦਾ, ਇਸ ਲਈ ਅਖੰਡ ਪਾਠ ਹੀ ਰੱਖ ਕੇ ਬੈਠ ਜਾਂਦੇ। 3 ਦਿਨਾਂ 'ਚ ਭੋਗ ਪਾ ਕੇ ਅਰਦਾਸਾਂ ਸੋਧ ਕੇ ਪੂਰੀ ਸ਼ਕਤੀ ਪਾਵਰ ਲੈ ਕੇ ਤੁਰਕਾਂ ਦਾ ਸੋ ਮੁਕਾਬਲਾ ਕਰਦੇ, ਉਹਨਾਂ ਦੇ ਆਹੂ ਲਾਉਂਦੇ। 2 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਿੰਘਾਂ ਦੇ ਪਾਸ ਸੀਗੇ। ਉਹਨਾਂ ਵਿੱਚ ਇੱਕ ਇਹ ਵੀ ਸਰੂਪ ਹੈ ਜਿਹੜਾ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਇਆ। ਮੈਂ ਬੇਨਤੀ ਕੀਤੀ ਜੇ ਤੋਂ ਅਖੰਡ ਪਾਠ ਕਰਵਾਇਆ, ਦਮਦਮੀ ਬੀੜ ਜਿਹਨੂੰ ਕਹਿੰਦੇ, ਉਹਨੂੰ ਹੀ ਹਜ਼ੂਰ ਸਾਹਿਬ ਗੁਰਤਾ ਗੱਦੀ ਦਿੱਤੀ। ਉਹ ਦਮਦਮੀ ਬੀੜ ਵੀ ਸਿੰਘ ਆਪਣੇ ਨਾਲ ਹੀ ਲਏ, ਤੁਰੇ ਫਿਰਦੇ ਰਹੇ। ਅੰਮ੍ਰਿਤ ਸਰੀਏ ਦਮਦਮੀਏ ਜੋਏ, ਇੱਕ ਅੰਮ੍ਰਿਤਸਰੀਏ ਤੇ ਇੱਕ ਦਮਦਮੀਏ, 2 ਟਕਸਾਲਾਂ ਨੇ ਪੰਥ ਦੇ ਵਿੱਚ। ਅੰਮ੍ਰਿਤਸਰ ਵਾਲੀ ਟਕਸਾਲ, ਸੱਤੂ ਵਾਲੀ ਗਲੀ ਵਾਲੀ, ਤੇ ਇੱਕ ਸ਼ਹੀਦ ਊਧਮ ਸਿੰਘ ਨਗਰ ਹੈ, ਉੱਥੇ ਮਹਾਂਪੁਰਖਾਂ ਵਾੜੀ ਵਾਲਿਆਂ ਨੇ ਸਥਾਨ ਬਣਾਇਆ, ਉਹ ਵੀ 2 ਹੋ ਗਈਆਂ। ਇੱਕ ਇਹ ਦਮਦਮੀ ਟਕਸਾਲ, ਇਹ ਵੀ ਇੱਕ ਭਿੰਡਰਾ ਹੈ, ਇੱਕ ਮਹਿਤਾ ਸਾਹਿਬ। ਤੇ ਬਾਕੀ ਜਥੇ ਦੇ ਸਿੰਘ ਨੇ ਗੁਰਮਤਿ ਦੀ ਪੜ੍ਹਾਈ। ਕਿਉਂ ਇਹ ਜੋ ਦੋਵੇਂ ਸੰਪਰਦਾਈ ਹਨ। ਘੇਰ ਲਾਏ ਤਿਨ ਕਿਉਂ ਆਏ, ਇੱਕ ਅੰਮ੍ਰਿਤਸਰ ਸਿੱਖ ਵਿਖੇ ਤਿਆਰ ਹੋਈ ਬੀੜ, ਤੇ ਦੂਜੀ ਦਮਦਮਾ ਸਾਹਿਬ ਵਿਖੇ ਮੁੜ ਤਿਆਰ ਕੀਤੀ ਬੀੜ।
ਇਹਨਾਂ ਦੋਹਾਂ ਗ੍ਰੰਥਾਂ ਵੱਲ ਸੰਕੇਤ ਹੈ। ਸਾਧ ਸੰਗਤ ਜੀਓ, ਇਹ ਜਿਹੜੇ ਦੋ ਗੁਰੂ ਗ੍ਰੰਥ ਸਾਹਿਬ ਜੀ ਹਨ, ਅੱਗੇ ਹੋ ਕੇ ਅਬਦਾਲੀ ਦੀ ਫੌਜ ਨੇ ਘੇਰ ਲਿਆ ਇਹਨਾਂ ਦੋਵਾਂ ਨੂੰ, ਅੰਮ੍ਰਿਤਸਰ ਵਾਲੇ ਗੁਰਮਤਿ ਦੀ ਪੜ੍ਹਾਈ ਵਾਲੇ ਵਿਦਿਆਰਥੀਆਂ ਨੂੰ ਤੇ ਦਮਦਮਾ ਸਾਹਿਬ ਜੀ ਦੇ ਜਥੇ ਦੇ ਵਿਦਿਆਰਥੀਆਂ, ਦੋਵਾਂ ਕੋਲ ਦੋਵਾਂ ਹੀ ਬੀੜਾ ਸਨ। ਜੁਦਾ ਜੁਦਾ ਤੇ ਦਏ ਕਰਾਏ, ਦੋਵੇਂ ਜਥੇ ਇਕੱਠੇ ਤੁਰੇ ਹੁੰਦੇ ਸੀਗੇ। ਇਹਨਾਂ ਦੇ ਵਿਚਕਾਰ ਫੌਜ ਨੇ ਪੈ ਕੇ ਤੇ ਦੋਵੇਂ ਜਥੇ ਵੱਖਰੋ ਵੱਖਰ ਕਰ ਦਿੱਤੇ। ਲੜੇ ਮਝੈਲ, ਅੰਮ੍ਰਿਤਸਰੀਆਂ ਦੇ ਜਥੇ ਵਿੱਚ ਮਝੈਲ ਸਿੰਘ ਸੀਗੇ, ਦਮਦਮੀ ਜਥੇ ਵਿੱਚ ਮਲਵਈ ਸਿੰਘ ਵਿਦਿਆਰਥੀ ਸਨ। ਮਝੈਲ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਲੜਨਾ ਸ਼ੁਰੂ ਕਰ ਦਿੱਤਾ ਹੈ। ਰੱਖਤ ਹੋਤੇ ਤੇ ਸ਼ਸਤਰ ਗੈਲ, ਮਝੈਲ ਸਿੰਘ ਆਪਣੇ ਨਾਲ ਸ਼ਸਤਰ ਰੱਖਦੇ ਹੁੰਦੇ ਸਨ। ਸ਼ਸਤਰਾਂ ਨਾਲ ਲੜਾਈ ਕੀਤੀ ਉਹਨਾਂ ਨੇ ਅਬਦਾਲੀ ਦੀ ਫੌਜ ਨਾਲ। ਘੜੀ ਕੋ ਲੜੇ ਤਿਨ ਲੀਨੇ ਮਾਰ, ਵਿਦਿਆਰਥੀ ਗੁਰਮਤਿ ਵਿਦਿਆ ਗ੍ਰਹਿਣ ਕਰਨ ਵਾਲੇ ਬਹੁਤੇ ਨਹੀਂ ਸਨ। ਛੋਟੇ ਛੋਟੇ ਜਥੇ ਸੀ, 12-12 ਹਜ਼ਾਰ ਦੇ ਧੁੰਮਣ ਗਿਲਜੀਆਂ ਦੇ ਪੈ ਗਏ ਸਨ। ਉਹਨਾਂ ਨੂੰ ਆ ਕੇ ਘੜੀ ਕੁ ਤਾਂ ਵਿਚਾਰੇ ਲੜੇ, ਫਿਰ ਮਾਰ ਲਿਆ ਉਹਨਾਂ ਗਿਲਜੀਆਂ ਨੇ ਵਿਦਿਆਰਥੀਆਂ ਨੂੰ। ਕਿੰਨਾ ਕੁ ਜੰਗ ਕਰਦੇ ਸੀ, ਕਰ ਸਕਦੇ ਸੀ, ਉਹ ਤਾਂ ਪੜ੍ਹਨ ਵਾਲੇ ਸਨ। ਦਮਦਮੀਆਂ ਪਰ ਧਰੀ ਤਲਵਾਰ, ਫਿਰ ਦਮਦਮੀਆਂ ਦੇ ਜਥੇ ਦੇ ਜੋ ਪੜ੍ਹਾਈ ਕਰਨ ਵਾਲੇ ਸਨ ਗੁਰਮਤਿ ਦੀ, ਉਹਨਾਂ ਤੇ ਤਲਵਾਰਾਂ ਰੱਖੀ ਗਿਲਜੀਆਂ ਨੇ। ਘੜੀ ਤੈ ਕਯੂਲ ਲੜੇ, ਉਹ ਵੀ ਵਿਚਾਰੇ ਪੌਣੀ ਕੋ ਘੜੀ ਲੜੇ ਨੇ। ਪੜ੍ਹਾਈ ਵਾਲੇ ਕਿੰਨਾ ਕੁ ਲੜ ਸਕਦੇ, ਉਹ ਜੁਝਾਰੂ ਥੋੜੋ ਸੀਗੇ। ਗਿਲਜੀਆਂ ਦਾ ਮੁਕਾਬਲਾ ਪੌਣਾ ਘੜੀ ਕੀਤਾ ਉਹਨਾਂ ਨੇ। ਹਥਿਆਰ ਉਤੇ ਕਿਆ ਕਰੇ, ਬਾਕੀ ਉਹਨਾਂ ਕੋਲ ਹਥਿਆਰ ਵੀ ਨਹੀਂ ਸਨ, ਘੋੜੇ ਵੀ ਨਹੀਂ ਸਨ। ਦਮਦਮੇ ਸਾਹਿਬ ਵਾਲੇ ਜਥੇ ਦੇ ਸਿੰਘ ਸ਼ਸਤਰ ਨਹੀਂ ਰੱਖਦੇ ਸਨ, ਬਿਨਾਂ ਹਥਿਆਰਾਂ ਤੋਂ ਸੀ। ਹੁਣ ਕੀ ਕਰਨ, ਇਸੇ ਕਰਕੇ ਥੋੜਾ ਚਿਰ ਲੜੇ, ਪੌਣੀ ਕੋ ਘੜੀ। ਦੀਨ ਮਾਧਵਕਾ ਯੁੱਧ ਪਛਾਣ, ਧਰਮ ਦਾ ਯੁੱਧ ਸਮਝ ਕੇ ਬਾਹਾਂ ਖੜੀਆਂ ਨਹੀਂ ਕੀਤੀਆਂ, ਲੜੇ ਨੇ ਜਿੰਨਾ ਚਿਰ ਮਰਜੀ ਲੜੇ, ਮਰ ਗਏ। ਭੀਮ ਸੋਟੇ ਕਰ ਮਾਰਨ ਤਾਣ, ਸ਼ਸਤਰ ਤਾਂ ਹੈ ਨਹੀਂ ਸਨ ਉਹਨਾਂ ਕੋਲ, ਵਿਚਾਰਿਆਂ ਕੋਲ। ਵਾਹਣਾ ਖੇਤਾਂ ਵਿੱਚੋਂ ਜ਼ਿਆਦਾ ਢੀਮਾ ਚੁੱਕ ਚੁੱਕ ਮਾਰਦੇ ਉਹਨਾਂ ਦੇ ਅੱਖਾਂ ਤੇ ਮੱਥੇ ਤੇ, ਜਾਂ ਕਈਆਂ ਕੋਲ ਸੋਟੇ ਵੀ ਸਨ, ਪੂਰਾ ਜ਼ੋਰ ਲਾ ਕੇ ਮਾਰਦੇ ਸਨ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਆਉ ਘੜੀ ਤੈ ਤੇ ਉਹ ਲੜੇ, ਬਿਨ ਹਥਿਆਰ ਉਤੇ ਕਿਆ ਕਰੇ। ਦੀਨ ਮਾਧਵ ਕਾ ਯੁੱਧ ਪਛਾਣ, ਟੀਮ ਸੋਟੇ ਕਰ ਮਾਰਨ ਤਾਣ। ਵਾਹਿਗੁਰੂ ਜੀ ਕਾ ਖਾਲਸਾ।